ਵਾਹਿਗੁਰੂ ਵਾਹਿਗੁਰੂ ਜੀ। ਸਤਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਦ ਪੰਕਜ ਬੰਦਨ, ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸਕ, ਹਰਿ ਗੋਬਿੰਦ ਸੁਭ ਸੁਮਤਿ ਪਰਕਾਸਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ, ਬੰਦੋ ਬਾਰ ਬਾਰ ਜਗਤੀਸਾ। ਗੁਰੂ ਨਾਨਕ ਪਰਸੋਤਮੰ ਪਰਮ ਪੁਰਾਵਰ ਨਾਥ, ਜੁਗਲ ਚਰਨ ਮਮ ਬੰਦਨਾ। ਧਰ ਪਾਰ ਧਰ ਕਾਰ ਮਾਥ, ਜੁਗਲ ਚਰਨ ਮਮ ਬੰਦਨਾ। ਧਰ ਪਾਰ ਧਰ ਕਾਰ ਮਾਥ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹਾਂ ਜੋ ਦੀਨ ਦੁਨੀਆ ਦੇ ਮਾਲਕ, ਹਲਤ ਪਲਤ ਦੇ ਰਖਵਾਲੇ, ਲੋਕ ਪਰਲੋਕ ਕੇ ਸਹਾਇਕ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਪ੍ਰੇਮ ਸਹਿਤ ਹਾਜ਼ਰੀਆਂ ਭਰ ਰਹੇ ਹਾਂ। ਗੁਰੂ ਕੀ ਹਜ਼ੂਰੀ ਅੰਦਰ ਜੁੜ ਕਰਕੇ ਸ਼ਾਮ ਵੇਲੇ ਦੇ ਨਿਤਨੇਮ, ਸੋਦਾਰ ਰਹਿਰਾਸ ਸਾਹਿਬ ਜੀ ਦੇ ਪਾਠ ਸ਼੍ਰਵਣ ਕੀਤੇ ਹਨ। ਗੁਰੂ ਚਰਨਾਂ ਅੰਦਰ ਅਰਦਾਸ ਬੇਨਤੀ ਜੋਦਰੀ ਕੀਤੀ। ਸਤਿਗੁਰਾਂ ਨੇ ਤਰਸ ਕਰਕੇ ਪਾਵਨ ਪਵਿੱਤਰ ਮੁਖਵਾਕ ਬਖਸ਼ਿਸ਼ ਕਰਕੇ ਸਾਨੂੰ ਨਿਹਾਲ ਕੀਤਾ ਹੈ। ਆਓ ਗੁਰੂ ਬਾਬੇ ਦੀ ਗੋਦ ਦਾ ਆਨੰਦ ਮਾਣ ਰਹੇ ਹਾਂ। ਪਾਵਨ ਸਥਾਨ ਤੇ ਜੋ ਗੁਰੂ ਕੇ ਇਤਿਹਾਸ ਦੀ ਲੜੀਵਾਰ ਕਥਾ ਚੱਲ ਰਹੀ ਹੈ, ਇਸ ਨਾਲ ਸਾਂਝ ਬਣਾਉਣ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਸੁਰਤ ਨੂੰ ਇਕਾਗਰ ਕਰੀਏ। ਮਨ ਬਿਰਤੀਆਂ ਸਤਿਗੁਰਾਂ ਦੇ ਚਰਨੀ ਜੋੜਦਿਆਂ ਪ੍ਰੇਮ ਸ਼ਰਧਾ ਭਾਵਨਾ ਸਹਿਤ
ਗੁਰ ਫਤਿਹ ਦੀ ਸਾਂਝ ਪਾਈਏ। ਕੋਈ ਵੀ ਰਸਨਾ ਗੁਰੂ ਫਤਿਹ ਤੋਂ ਵਾਂਝੀ ਨਾ ਰਵੇ। ਸਾਰੀ ਸੰਗਤ ਪ੍ਰੇਮ ਨਾਲ ਕਰੋ ਕਿਰਪਾ ਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਚੱਲ ਰਹੇ ਪ੍ਰਸੰਗ ਵਿੱਚੋਂ ਆਪਾਂ ਕਥਾ ਸ਼ਰਵਣ ਕਰ ਰਹੇ ਸੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੰਸਾਰ ਵਿੱਚ ਵਿਚਰਦਿਆਂ ਇਸ ਵੇਲੇ ਉਸ ਧਰਤੀ ਤੇ ਪਹੁੰਚੇ ਹਨ ਜਿੱਥੇ ਸਿੱਧਾਂ ਜੋਗੀਆਂ ਦਾ ਵਾਸਾ ਹੈ ਤੇ ਇੱਕ ਅਸਥਾਨ ਹੈ ਜਿਹਨੂੰ ਗੋਰਖਮਤਾ ਕਿਹਾ ਜਾਂਦਾ ਹੈ। ਤੇ ਇਸ ਸਥਾਨ ਤੇ ਸਿੱਧ ਜੋਗੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਆਏ। ਆ ਕੇ ਉਹਨਾਂ ਨੇ ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਪਰਖਣ ਦੀ ਕੋਸ਼ਿਸ਼ ਕੀਤੀ। ਇੱਕ ਤਿਲ ਦਾ ਦਾਣਾ ਲਿਆ ਕੇ ਗੁਰੂ ਕੇ ਚਰਨਾਂ 'ਚ ਰੱਖਿਆ। ਕਹਿਣ ਲੱਗੇ, ਤੁਸੀਂ ਬਾਰ-ਬਾਰ ਇੱਕੋ ਹੀ ਗੱਲ ਕਹਿੰਦੇ ਹੋ, ਬਚਨ ਕਰਦੇ ਹੋ, ਵੰਡ ਕੇ ਛਕਣਾ ਚਾਹੀਦਾ ਹੈ, ਤੇ ਆ ਤਿਲ ਦਾ ਦਾਣਾ ਅਸੀਂ ਤੁਹਾਡੇ ਚਰਨੀ ਭੇਟਾ ਕੀਤਾ, ਕਿਰਪਾ ਕਰੋ ਵੰਡ ਕੇ ਵਰਤਾ ਦਿਓ। ਸਤਿਗੁਰੂ ਜੀ ਮੁਸਕਰਾ ਪਏ ਤੇ ਸਾਹਿਬਾਂ ਨੇ ਭਾਈ ਬਾਲੇ ਨੂੰ ਕਿਹਾ, ਭਾਈ ਬਾਲਾ ਜੀ ਇਸ ਤਿਲ ਦੇ ਦਾਣੇ ਨੂੰ ਪੱਥਰ ਤੇ ਰੱਖ ਕੇ ਰਗੜ ਲਾਓ ਤੇ ਇਹਦੇ ਵਿੱਚ ਪਾਣੀ ਮਿਲਾ ਕੇ ਸਾਰਿਆਂ ਨੂੰ ਵਰਤਾ ਦਿਓ। ਜਿਸ ਵੇਲੇ ਗੁਰੂ ਕੇ ਸੇਵਕਾਂ ਨੇ ਉਹ ਤਿਲ ਦਾ ਦਾਣਾ ਵੀ ਸਿੱਧਾਂ ਵਿੱਚ ਵਰਤਾ ਦਿੱਤਾ ਤਾਂ ਸਿੱਧ ਸਾਰੇ ਵੇਖ ਕੇ ਬੜੇ ਸ਼ਰਮਿੰਦੇ ਹੋਏ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜੋ ਵਚਨ ਕਹਿੰਦੇ ਹਨ ਉਹ ਗੁਰੂ ਸਾਹਿਬ ਜੀ ਆਪਣੇ ਜੀਵਨ ਵਿੱਚ ਪਹਿਲਾਂ ਆਪ ਕਰਦੇ ਆ। ਹੁਣ ਇਹਨਾਂ ਨੇ ਜਿਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਹ ਸਾਰਾ ਕੌਤਕ ਵੇਖਿਆ ਤਾਂ ਜਿਹੜਾ ਮੰਗਲਨਾਥ ਸਿੱਧ ਹੈ ਉਹ ਕਹਿਣ ਲੱਗਾ, ਇਹ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਤੁਸੀਂ ਕਲਯੁਗ ਦੇ ਬਹੁਤ ਵੱਡੇ ਮਹਾਨ ਅਵਤਾਰ ਹੋ। ਜਿਹੜਾ ਬੰਦਾ ਤੁਹਾਡੀ ਬਰਾਬਰੀ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਆਪਣੇ ਕਰਮਾਂ ਸਦਕਾ ਸ਼ਰਮਿੰਦਾ ਹੀ ਹੁੰਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ, ਭਾਈ ਮੰਗਲਨਾਥ ਤੂੰ ਵੀ ਜੋਗੀ ਹੈ, ਪਰ ਇਹ ਗੱਲ ਸੱਚ ਹੈ ਕਿ ਨਾਮ ਜਪੇ ਤੋਂ ਬਗੈਰ ਕਿਸੇ ਦੀ ਦੁਬਦਾ ਨਹੀਂ ਮਿਟਦੀ ਤੇ ਬੰਦੇ ਦੀ ਮੁਕਤੀ ਵੀ ਨਹੀਂ ਹੁੰਦੀ। ਅੱਗੋਂ ਫਿਰ ਭੰਗਰਨਾਥ ਕਹਿਣ ਲੱਗਾ, ਤੁਸੀਂ ਨਾਮ ਦੀ ਗੱਲ ਵਾਰ-ਵਾਰ ਕਰਦੇ ਹੋ ਪਰ ਜੋਗ ਮਤ ਇੰਨਾ ਉੱਚਾ ਹੈ, ਤੁਸੀਂ ਇਸ ਦੀ ਮਹਿਮਾ ਨੂੰ ਨਹੀਂ ਜਾਣਦੇ। ਜੋਗ ਤੋਂ ਬਿਨਾਂ ਬੰਦਾ ਮੁਕਤ ਨਹੀਂ ਹੋ ਸਕਦਾ। ਹਜੂਰ ਨੇ ਕਿਹਾ, ਕਹਿਣ ਲੱਗੇ, ਭਾਈ ਨਾਮ ਨਾਲ ਬੰਦੇ ਦਾ ਮਨ ਟਿਕਦਾ ਹੈ, ਇਕਾਗਰ ਹੁੰਦਾ ਹੈ, ਤੇ ਜਦੋਂ ਇਕਾਗਰ ਹੋ ਜਾਏ ਤੇ ਬੰਦੇ ਨੂੰ ਗਿਆਨ ਹੋ ਜਾਂਦਾ ਹੈ। ਤੇ ਸਾਹਿਬ ਕਹਿਣ ਲੱਗੇ, ਤੂੰ ਵੀ ਇਸ ਗੱਲ ਨੂੰ ਵਿਚਾਰ ਕੇ ਵੇਖ, ਜੋਗ ਵੀ ਜਿਹੜਾ ਹੈ ਨਾਮ ਤੋਂ ਬਿਨਾਂ ਅਧੂਰਾ ਹੈ। ਹੁਣ ਜਿਸ ਵੇਲੇ ਇਹਨਾਂ ਸਿੱਧਾ ਜੋਗੀਆਂ ਨੇ ਗੁਰੂ ਸਾਹਿਬ ਜੀ ਦੇ ਨਾਲ ਇਸ ਤਰ੍ਹਾਂ ਈਰਖਾ ਕਰਨ ਦਾ ਯਤਨ ਕੀਤਾ ਤਾਂ ਗੁਰੂ ਸਾਹਿਬ ਜੀ ਨੇ ਫਿਰ ਇਹਨਾਂ ਨੂੰ ਸਮਝਾਉਣ ਵਾਸਤੇ ਰਾਮਕਲੀ ਰਾਗ ਵਿੱਚ ਪਾਵਨ ਪਵਿੱਤਰ ਸ਼ਬਦ ਉਚਾਰਿਆ, ਜਿਹਦੀ ਕੱਲ ਆਪਾਂ ਵਿਚਾਰ ਕਰ ਰਹੇ ਸੀ। ਹਜੂਰ ਨੇ ਬਚਨ ਕੀਤਾ, ਸਾਹਿਬ ਕਹਿੰਦੇ, ਰਾਮਕਲੀ ਮਹੱਲਾ ਪਹਿਲਾ, ਜਗ ਪ੍ਰਬੋਧੈ ਮੜੀ ਵਧਾਵੈ, ਆਸਣ ਤਿਆਗ ਕਾਹੇ ਸਚ ਪਾਵੈ। ਹਜੂਰ ਕਹਿੰਦੇ, ਹੇ ਜੋਗੀ, ਹੇ ਸਿੱਧ ਜਨੋ, ਤੁਸੀਂ ਸੰਸਾਰ ਨੂੰ ਉਪਦੇਸ਼ ਦਿੰਦੇ ਹੋ, ਸੰਸਾਰ ਨੂੰ ਉਪਦੇਸ਼ ਦਿੰਦੇ ਹੋ, ਪਰ ਤੁਸੀਂ ਆਪ ਮੱਠ ਬਣਾਉਂਦੇ ਹੋ। ਭਾਵ ਕਿ ਸੰਸਾਰ ਨੂੰ ਤਾਂ ਸਭ ਕੁਝ ਤਿਆਗਣ ਦਾ ਉਪਦੇਸ਼ ਦਿੰਦੇ ਹੋ, ਪਰ ਤੁਸੀਂ ਆਪਣੇ ਮੱਠ ਬਣਾਏ ਹਨ। ਤੇ ਤੁਸੀਂ ਆਪਣੀ ਧਿਆਨ ਦੀ ਅਵਸਥਾ ਨੂੰ ਛੱਡ ਦਿੱਤਾ ਹੈ, ਤੇ ਧਿਆਨ ਨੂੰ ਛੱਡ ਕੇ ਤੁਸੀਂ ਰੱਬ ਦੇ ਘਰ ਦਾ ਪ੍ਰੇਮ ਕਿਵੇਂ ਪਾ ਸਕਦੇ ਹੋ? ਤੇ ਹਜੂਰ ਨੇ ਕਿਹਾ, ਮਮਤਾ ਮੋਹ ਕਾਮਣ ਹਿਤਕਾਰੀ। ਤੁਸੀਂ ਵੈਸੇ ਆਪਣਾ ਪਰਿਵਾਰ ਛੱਡ ਆਏ, ਆਪਣੀ ਇਸਤਰੀ ਛੱਡ ਆਏ, ਘਰ-ਬਾਰ ਛੱਡ ਆਏ ਹੋ, ਪਰ ਤੁਹਾਡਾ ਧਿਆਨ ਇਸਤਰੀ ਵਿੱਚ ਵੀ ਹੈ, ਤੁਹਾਡਾ ਧਿਆਨ ਮੋਹ ਮਮਤਾ ਵਿੱਚ ਵੀ ਹੈ। ਨਾ ਤੁਸੀਂ ਤਿਆਗੀ ਰਹੇ ਤੇ ਨਾ ਤੁਸੀਂ ਗ੍ਰਸਤੀ ਰਹੇ, ਤੁਸੀਂ ਦੁਬਦਾ ਵਿੱਚ ਪੈ ਗਏ ਹੋ। ਕਿਉਂਕਿ ਧਿਆਨ ਤੁਹਾਡਾ ਪਰਿਵਾਰ ਵਿੱਚ ਹੈ, ਆਪਣੇ ਜੀਵਨ ਸਾਥੀ ਵਿੱਚ ਹੈ, ਸੰਸਾਰ ਦੀ ਮੋਹ ਮਮਤਾ ਵਿੱਚ ਹੈ, ਪਰ ਤੁਸੀਂ ਵੈਸੇ ਦੇਖਣ ਮਾਤਰ ਤੁਸੀਂ ਸੰਸਾਰ ਦਾ ਤਿਆਗ ਵੀ ਕੀਤਾ ਹੈ। ਹੁਣ ਨਾ ਤਾਂ ਸੱਚੇ ਤਿਆਗੀ ਵੀ ਬਣੇ, ਕਿਉਂਕਿ ਸਭ ਕੁਝ ਨਹੀਂ ਤਿਆਗਿਆ। ਗੁਰੂ ਕੀ ਬਾਣੀ ਦੇ ਆਪਾਂ ਬਚਨ ਪੜ੍ਹਦੇ ਹਾਂ, ਸਾਹਿਬ ਕਹਿੰਦੇ ਨੇ, ਦੇਸ਼ ਛੋੜ ਪਰਦੇਸੈ ਧਾਇਆ। ਦੇਸ਼ ਛੱਡ ਦਿੱਤਾ, ਆਪਣਾ ਘਰ-ਬਾਰ ਛੱਡ ਦਿੱਤਾ, ਪਰਦੇਸ ਆ ਗਿਆ ਬੰਦਾ। ਬੰਦੇ ਨੇ ਕਿਹਾ, ਜੀ ਮੈਂ ਤਿਆਗੀ ਹੋ ਗਿਆ।
ਤੇ ਸਾਹਿਬ ਨੇ ਕਿਹਾ ਪੰਜ ਚੰਡਾਲ ਨਾਲੇ ਲੈ ਆਇਆ। ਹੁਣ ਘਰ-ਬਾਰ ਤਾਂ ਛੱਡ ਦਿੱਤਾ, ਪਰਿਵਾਰ ਵੀ ਛੱਡ ਦਿੱਤਾ, ਪਰ ਜਿਹੜੀਆਂ ਬੁਰਾਈਆਂ ਛੱਡਣੀਆਂ ਸਨ, ਜਿਹੜੇ ਪੰਜ ਵਿਕਾਰ ਤਿਆਗਣੇ ਸਨ, ਉਹਨਾਂ ਦਾ ਤਿਆਗ ਨਹੀਂ ਕੀਤਾ। ਤੇ ਹਜ਼ੂਰ ਨੇ ਕਿਹਾ ਇਹਦੇ ਨਾਲੋਂ ਚੰਗਾ ਤੂੰ ਘਰ ਹੀ ਰਹਿੰਦਾ, ਤੈਨੂੰ ਘਰ ਛੱਡਣ ਦੀ ਲੋੜ ਨਹੀਂ ਸੀ, ਬੁਰਾਈਆਂ ਤਿਆਗਣ ਦੀ ਲੋੜ ਸੀ। ਇੱਥੇ ਵੀ ਸਾਹਿਬ ਕਹਿੰਦੇ ਨੇ ਨਾ ਅਵਧੂਤੀ ਨਾ ਸੰਸਾਰੀ, ਹੇ ਸਿੱਧ ਜਨੋ, ਤੁਸੀਂ ਨਾ ਤਾਂ ਸੱਚੇ ਤਿਆਗੀ ਬਣੇ ਤੇ ਨਾ ਹੀ ਗ੍ਰਸਤੀ ਰਹੇ, ਅੱਧ ਵਿਚਕਾਰ ਲਟਕ ਗਏ ਹੋ। ਤੇ ਸਾਹਿਬ ਕਹਿੰਦੇ ਜੋਗੀ ਬੈਸ ਰਹੋ ਦੁਬਦਾ ਦੁਖ ਭਾਗੈ, ਘਰ ਘਰ ਮੰਗਤ ਲਾਜ ਨਾ ਲਾਗੈ ਰਹਾਓ। ਸਾਹਿਬ ਕਹਿੰਦੇ ਜੇ ਤੁਸੀਂ ਮਨ ਟਿਕਾ ਕੇ ਬੈਠੋ ਇੱਕ ਜਗ੍ਹਾ ਤੇ, ਤੁਹਾਡੀ ਦੁਬਦਾ ਖਤਮ ਹੋ ਜਾਏ, ਇੱਕ ਪਾਸੇ ਹੋ ਜਾਈਏ। ਕਿਉਂਕਿ ਜਿਹੜੀ ਦੁਬਦਾ ਹੈ, ਅਸੀਂ ਡਬਲ ਮਾਈਂਡਡ ਕਹਿ ਦਿੰਦੇ ਹਾਂ, ਦੁਚਿੱਤਾਪਣ ਜਿਹੜਾ ਹੈ, ਇਹ ਬੰਦੇ ਨੂੰ ਹਰ ਵੇਲੇ ਖੁਆਰ ਕਰਦਾ ਹੈ। ਅਸੀਂ ਵੈਸੇ ਵੀ ਕੋਈ ਸੰਸਾਰੀ ਕੰਮ ਵਿੱਚ ਵੀ ਜੇ ਸਾਡੇ ਦੁਬਦਾ ਹੋਵੇ, ਮਨ ਇਹ ਵੀ ਕਰੇ ਕੰਮ ਕਰ ਲੈਣਾ ਚਾਹੀਦਾ ਹੈ, ਤੇ ਨਾਲੇ ਮਨ ਇਹ ਵੀ ਕਰੀ ਜਾਵੇ ਨਹੀਂ ਕਰਨਾ ਚਾਹੀਦਾ। ਜੇ ਉਸ ਕੰਮ ਨੂੰ ਕਰਾਂਗੇ ਤਾਂ ਵੀ ਉਹਦੇ ਵਿੱਚੋਂ ਸਾਨੂੰ ਕੋਈ ਮਨ ਨੂੰ ਸੰਤੁਸ਼ਟੀ ਨਹੀਂ ਮਿਲਦੀ, ਜੇ ਨਹੀਂ ਕਰਦੇ ਤਾਂ ਵੀ ਨਹੀਂ ਸਾਡੇ ਜੀਵਨ ਵਿੱਚ ਸੁੱਖ ਆਉਂਦਾ। ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਦੁਬਦਾ ਵਿੱਚ ਨਾ ਪੈ। ਜਿਸ ਵੀ ਕਾਰਜ ਨੂੰ ਕਰਨ ਲੱਗਿਆ ਇੱਕ ਪਾਸੇ ਹੋ ਕੇ ਕਰ। ਦੁਬਦਾ ਮਿਟਾਉਣ ਵਾਸਤੇ ਅਸੀਂ ਗੁਰੂ ਚਰਨਾਂ ਵਿੱਚ ਆਉਂਦੇ ਹਾਂ। ਜਿੰਨਾ ਚਿਰ ਸਾਡੇ ਮਨ ਵਿੱਚ ਦੁਬਦਾ ਹੈ, ਉਨਾ ਚਿਰ ਸਾਡਾ ਜੀਵਨ ਸੁਖੀ ਨਹੀਂ ਹੋ ਸਕਦਾ। ਤੇ ਗੁਰੂ ਸਾਹਿਬ ਨੇ ਸਿੱਧਾਂ ਨੂੰ ਵੀ ਕਿਹਾ, ਕਹਿਣ ਲੱਗੇ ਤੁਹਾਡੇ ਮਨ ਵਿੱਚ ਦੁਬਦਾ ਹੈ, ਤੁਸੀਂ ਸੰਸਾਰ ਦਾ ਤਿਆਗ ਕਰ ਦਿੱਤਾ ਹੈ, ਤਿਆਗੀ ਬਣ ਗਏ, ਪਰ ਧਿਆਨ ਤੁਹਾਡਾ ਸੰਸਾਰ ਵਿੱਚ ਇਸ ਦੁਬਦਾ ਵਿੱਚ ਹੋ। ਕਿਉਂਕਿ ਸਭ ਕੁਝ ਤਿਆਗ ਕੇ ਫਿਰ ਬੰਦਾ ਸੋਚੀ ਜਾਂਦਾ ਜੇ ਮੇਰਾ ਵੀ ਘਰ ਹੁੰਦਾ, ਮੇਰਾ ਵੀ ਪਰਿਵਾਰ ਹੁੰਦਾ। ਤੇ ਸਤਿਗੁਰੂ ਨੇ ਕਿਹਾ ਇਹਦੇ ਨਾਲ ਹੋਇਆ ਕਿ ਦੁਬਦਾ ਪੈਦਾ ਹੋ ਗਈ, ਨਾ ਤਾਂ ਤਿਆਗੀ ਬਣ ਸਕੇ। ਹਜ਼ੂਰ ਨੇ ਕਿਹਾ ਘਰ ਘਰ ਮੰਗਤ ਲਾਜ ਨਾ ਲੱਗੈ, ਭਾਈ ਤੁਸੀਂ ਘਰ ਘਰ ਜਾ ਕੇ ਮੰਗਦੇ ਹੋ। ਕਿਉਂਕਿ ਜਿਹੜੇ ਯੋਗੀ ਹਨ ਉਹ ਜਦੋਂ ਉਪਦੇਸ਼ ਦਿੰਦੇ ਨੇ, ਉਹ ਕਹਿੰਦੇ ਨੇ ਗ੍ਰਸਤੀ ਜੀਵਨ ਵਿੱਚ ਰਹਿ ਕੇ ਬੰਦਾ ਕਦੇ ਮੁਕਤ ਨਹੀਂ ਹੋ ਸਕਦਾ। ਜਿਹੜਾ ਬੰਦਾ ਪਰਿਵਾਰ ਪਾਲਦਾ ਹੈ, ਜਿਹੜਾ ਬੰਦਾ ਗ੍ਰਸਤੀ ਹੈ, ਕਿਰਤ ਕਰਦਾ ਹੈ, ਉਹ ਬੰਦਾ ਕਦੇ ਮੁਕਤ ਨਹੀਂ ਹੋ ਸਕਦਾ। ਇੱਥੋਂ ਤੱਕ ਗੋਰਖਨਾਥ ਜਿਹੜਾ ਸਿੱਧਾ ਯੋਗੀਆਂ ਦਾ ਗੁਰੂ ਹੈ, ਉਹ ਕਹਿੰਦਾ ਹੈ ਕਿ ਜਦੋਂ ਕੋਈ ਮਨੁੱਖ ਸੰਸਾਰਿਕ ਤੌਰ ਤੇ ਸ਼ਾਦੀ ਕਰਵਾਉਂਦਾ, ਵਿਆਹ ਕਰਵਾਉਂਦਾ ਹੈ, ਲੋਕੀ ਕਹਿੰਦੇ ਨੇ ਇਹ ਘਰਵਾਲੀ ਵਿਆਹ ਕੇ ਲੈ ਆਇਆ, ਪਰ ਗੁਰਖ ਕਹਿੰਦਾ ਮੈਂ ਕਹਿੰਦਾ ਹਾਂ ਪੈਸੇ ਦੇ ਕੇ ਬਗਿਆੜੀ ਖਰੀਦ ਲਿਆਂਦੀ। ਉਹਨੇ ਇਸਤਰੀ ਨੂੰ ਇੰਨਾ ਨੀਵਾਂ ਦਰਜਾ ਦਿੱਤਾ। ਤੇ ਇੱਕ ਪਾਸੇ ਗੁਰੂ ਸਾਹਿਬ ਕਹਿੰਦੇ ਤੁਸੀਂ ਗ੍ਰਸਤੀਆਂ ਨੂੰ ਇੰਨਾ ਕੋ ਨਿੰਦਦੇ ਹੋ, ਤੇ ਦੂਜੇ ਪਾਸੇ ਉਹਨਾਂ ਦੇ ਘਰਾਂ ਵਿੱਚ ਹੀ ਜਾ ਕੇ ਫਿਰ ਭੀਖ ਵੀ ਮੰਗਦੇ ਹੋ, ਉਹਨਾਂ ਦੇ ਘਰਾਂ ਵਿੱਚੋਂ ਹੀ ਮੰਗ ਕੇ ਗੁਜ਼ਾਰਾ ਵੀ ਕਰਦੇ ਹੋ। ਇੱਕ ਪਾਸੇ ਉਹਨਾਂ ਦੀ ਨਿੰਦਿਆ ਕਰੀ ਜਾ ਰਹੇ ਹੋ, ਤੇ ਦੂਜੇ ਪਾਸੇ ਉਹਨਾਂ ਦੇ ਘਰਾਂ ਵਿੱਚ ਜਾ ਕੇ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰ ਰਹੇ ਹੋ। ਘਰ ਘਰ ਮੰਗਤ ਲਾਜ ਨਾ ਲੱਗੈ। ਸਤਿਗੁਰੂ ਕਹਿੰਦੇ ਮੰਗਦੇ ਹੋਇਆ ਫਿਰ ਤੁਹਾਨੂੰ ਭਾਈ ਸ਼ਰਮ ਨਹੀਂ ਆਉਂਦੀ? ਜਿਨ੍ਹਾਂ ਦਾ ਤੁਸੀਂ ਨਿਰਾਦਰ ਕਰ ਰਹੇ ਹੋ, ਜਿਨ੍ਹਾਂ ਦੇ ਨਾਲ ਤੁਸੀਂ ਸੰਬੰਧ ਨਹੀਂ ਰੱਖਣਾ ਚਾਹੁੰਦੇ, ਉਹਨਾਂ ਲੋਕਾਂ ਵਿੱਚ ਆ ਕੇ ਫਿਰ ਤੁਸੀਂ ਆਪਣੇ ਭੋਜਨ ਦਾ, ਗੁਜ਼ਾਰੇ ਦਾ ਪ੍ਰਬੰਧ ਵੀ ਉੱਥੋਂ ਹੀ ਕਰਦੇ ਹੋ। ਤੇ ਸਾਹਿਬ ਜੀ ਨੇ ਫਿਰ ਅੱਗੇ ਬਚਨ ਕੀਤੇ। ਸਾਹਿਬ ਕਹਿੰਦੇ ਗਾਵੇ ਗੀਤ ਨਾ ਚੀਨੈ ਆਪ, ਕਿਉਂ ਲਾਗੀ ਨਿਵਰੈ ਪ੍ਰਤਾਪ। ਸਤਿਗੁਰੂ ਕਹਿੰਦੇ ਤੁਸੀਂ ਗੀਤ ਗਾਉਂਦੇ ਹੋ, ਉਹ ਜਿਸ ਤਰ੍ਹਾਂ ਦੇ ਵੀ ਤੁਹਾਡੇ ਗੀਤ ਹਨ, ਰੱਬ ਦੀ ਸਿਫਤ ਸਲਾਹ ਦੇ ਨੇ, ਬਾਹਰੋਂ ਤੁਸੀਂ ਗੀਤ ਗਾ ਰਹੇ ਹੋ, ਪਰ ਅੰਦਰੋਂ ਆਪਣੇ ਆਪ ਨੂੰ ਤੁਸੀਂ ਜਾਣਿਆ ਹੀ ਨਹੀਂ। ਕਹਿਣ ਮਾਤਰ ਤੁਸੀਂ ਧਰਮੀ ਬਣੇ ਹੋ, ਪਰ ਅਸਲ ਵਿੱਚ ਧਰਮ ਦੇ ਤੁਸੀਂ ਨੇੜੇ ਹੀ ਨਹੀਂ ਆਏ। ਕਿਉਂ ਲਾਗੀ ਨਿਵਰੈ ਪ੍ਰਤਾਪ। ਸਾਹਿਬ ਕਹਿੰਦੇ ਜੇ ਭਾਰੀ ਅੱਗ ਲੱਗੀ ਹੋਵੇ ਤੇ ਬੰਦਾ ਅੱਗ ਬੁਝਾਉਣ ਦੀ ਬਜਾਏ ਉਹਨੂੰ ਵਧਾਈ ਜਾਵੇ, ਉਹ ਅੱਗ ਅੰਦਰ ਨੂੰ ਸਾੜੀ ਜਾਂਦੀ। ਤੇ ਗੁਰੂ ਸਾਹਿਬ ਕਹਿੰਦੇ ਕਿਉਂ ਲਾਗੀ ਨਿਵਰੈ ਪ੍ਰਤਾਪ। ਹੁਣ ਜਿਹੜੀ ਅੱਗ ਤੁਹਾਨੂੰ ਵਿਕਾਰਾਂ ਦੀ ਲੱਗੀ ਹੈ, ਇਸ ਅੱਗ ਕੋਲੋਂ ਤੁਹਾਡਾ ਭਲਾ ਕਿਵੇਂ ਹੋ ਸਕਦਾ, ਤੁਸੀਂ ਬਚ ਕਿਵੇਂ ਸਕਦੇ ਹੋ? ਕਿਉਂਕਿ ਤੁਹਾਡਾ ਧਿਆਨ ਪ੍ਰਮਾਤਮਾ ਜੀ ਦੇ ਚਰਨਾਂ ਵਿੱਚ ਨਹੀਂ ਹੈ। ਤੇ ਸਾਹਿਬ ਜੀ ਕਹਿੰਦੇ ਗੁਰ ਕੈ ਸ਼ਬਦ ਰਚੈ ਮਨ ਲਾਏ, ਭਿਖਿਆ ਸਹਿਜ ਵਿਚਾਰੀ ਖਾਏ। ਸਤਿਗੁਰੂ ਕਹਿੰਦੇ ਜੇ ਭਲਾ ਚਾਹੁੰਦੇ ਹੋ ਭਾਈ, ਫਿਰ ਗੁਰੂ ਦੇ ਉਪਦੇਸ਼ ਨੂੰ ਕਮਾ ਕੇ ਜੀਵਨ ਵਿੱਚ ਆਪਣੀ ਆਤਮਾ ਨੂੰ ਪ੍ਰਮਾਤਮਾ ਦੇ ਚਰਨਾਂ ਵਿੱਚ ਜੋੜੋ। ਕਿਉਂਕਿ ਯੋਗ ਦਾ ਭਾਵ ਜੁੜਨਾ ਹੈ।
ਜਿਹੜਾ ਵੀ ਮਨੁੱਖ ਪ੍ਰਮਾਤਮਾ ਨਾਲ ਜੁੜਿਆ ਹੈ ਉਹ ਜੋਗੀ ਹੈ। ਜੋਗ ਦਾ ਅਰਥ ਹੀ ਜੁੜਨਾ ਹੈ। ਤੇ ਗੁਰੂ ਸਾਹਿਬ ਕਹਿੰਦੇ ਜੇ ਤੁਹਾਡੀ ਆਤਮਾ ਪ੍ਰਮਾਤਮਾ ਨਾਲ ਜੁੜ ਜਾਏ ਫਿਰ ਤਾਂ ਤੁਸੀਂ ਸੱਚਮੁੱਚ ਹੀ ਰੱਬ ਦੇ ਪ੍ਰੇਮ ਨੂੰ ਮਾਣੋਗੇ। ਪਰ ਜੇ ਤੁਸੀਂ ਦਿਖਾਵਾ ਹੀ ਕਰ ਰਹੇ ਹੋ, ਬਾਹਰੋਂ ਤੁਸੀਂ ਜੋਗੀ ਬਣੇ ਹੋ, ਧਿਆਨ ਤੁਹਾਡਾ ਇਕਾਗਰ ਨਹੀਂ ਹੈ, ਇਕੱਲੇ ਜੋਗੀ ਨਹੀਂ, ਜੇ ਅਸੀਂ ਵੀ ਹਾਂ, ਅਸੀਂ ਵੀ ਜੇ ਬਾਹਰੋਂ ਦਿਖਾਵਾ ਕਰ ਰਹੇ ਹਾਂ ਕਿ ਅਸੀਂ ਗੁਰੂ ਕੇ ਸਿੱਖ ਹਾਂ ਜਾਂ ਕੋਈ ਵੀ ਧਰਮ ਦਾ ਬੰਦਾ ਹੈ, ਜੇ ਬੰਦਾ ਦਿਖਾਵਾ ਕਰਦਾ ਮੈਂ ਧਰਮੀ ਹਾਂ ਪਰ ਧਰਮ ਨਾਲ ਉਹਦੇ ਮਨ ਦਾ ਸੰਬੰਧ ਹੈ, ਦਿਖਾਵੇ ਮਾਤਰ ਬੰਦਾ ਕਹੀ ਜਾਂਦਾ ਮੈਂ ਧਰਮੀ ਹਾਂ, ਤੇ ਉਸ ਬੰਦੇ ਦੇ ਜੀਵਨ ਵਿੱਚੋਂ ਦੁਬਦਾ ਕਦੇ ਵੀ ਖਤਮ ਨਹੀਂ ਹੁੰਦੀ। ਤੇ ਜਿੱਥੇ ਦੁਬਦਾ ਹੈ, ਦੁਚਿੱਤਾਪਣ ਹੈ, ਉੱਥੇ ਕਦੇ ਵੀ ਟਿਕਾਓ ਨਹੀਂ ਹੁੰਦਾ। ਉੱਥੇ ਬੰਦਾ ਕੋਈ ਚੰਗਾ ਫੈਸਲਾ ਲੈ ਹੀ ਨਹੀਂ ਸਕਦਾ। ਦੁਬਦਾ ਵਿੱਚ ਪੈ ਕੇ ਕੀਤਾ ਹੋਇਆ ਫੈਸਲਾ ਕੋਈ ਵੀ ਹੋਵੇ ਬੰਦੇ ਨੂੰ ਖੁਆਰ ਕਰੇਗਾ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ ਜੇ ਤਾਂ ਤੁਸੀਂ ਮਨ ਕਰਕੇ, ਆਤਮਾ ਕਰਕੇ ਪ੍ਰੇਮ ਵਿੱਚ ਰੰਗੇ ਹੋ ਤਾਂ ਤੁਹਾਨੂੰ ਸਿਮਰਨ ਦਾ ਰੰਗ ਆਏਗਾ, ਪ੍ਰਮਾਤਮਾ ਦੀ ਬੰਦਗੀ ਵਿੱਚੋਂ ਪ੍ਰੇਮ ਮਿਲੇਗਾ। ਪਰ ਜੇ ਦਿਖਾਵਾ ਕਰ ਰਹੇ ਹੋ ਤਾਂ ਤੁਹਾਡੇ ਅੰਦਰ ਲੱਗੀ ਹੋਈ ਵਿਕਾਰਾਂ ਦੀ ਅੱਗ ਕਦੇ ਬੁਝ ਨਹੀਂ ਸਕਦੀ। ਤੇ ਸਾਹਿਬ ਜੀ ਫਿਰ ਕਿਰਪਾ ਕਰਦੇ ਨੇ, ਭਸਮ ਚੜਾਏ ਕਰੇ ਪਾਖੰਡ, ਮਾਇਆ ਮੋਹੇ ਸਹਿ ਜਮਡੰਡ। ਹੁਣ ਜੋਗੀ ਜਿਹੜੇ ਸਨ ਆਪਣੇ ਸਰੀਰ ਉੱਤੇ ਸੁਆਹ ਮਲ ਲੈਂਦੇ ਹਨ, ਸਾਰੇ ਸਰੀਰ ਦੇ ਉੱਤੇ ਭਸਮ ਮਲ ਕੇ ਰੱਖਦੇ ਨੇ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਹਨਾਂ ਨੂੰ ਹੁਣ ਬਚਨ ਕਹਿ ਰਹੇ ਨੇ, ਕਹਿੰਦੇ ਤੁਸੀਂ ਸਰੀਰ ਤੇ ਸੁਆਹ ਚੜਾ ਲਈ। ਤੇ ਜੇ ਉਹਨਾਂ ਨੂੰ ਪੁੱਛੋ ਇਹ ਸੁਆਹ ਕਿਉਂ ਮਲੀ ਹੈ, ਉਹ ਕਹਿੰਦੇ ਨੇ ਜੀ ਇੱਕ ਦਿਨ ਸਰੀਰ ਨੇ ਸੁਆਹ ਬਣ ਜਾਣਾ ਹੈ। ਅਸੀਂ ਪਹਿਲੇ ਹੀ ਸਰੀਰ ਤੇ ਸੁਆਹ ਮਲ ਲਈਏ ਤਾਂ ਜੋ ਸਾਨੂੰ ਯਾਦ ਰਵੇ ਕਿ ਸਰੀਰ ਨੇ ਇੱਕ ਦਿਨ ਸੁਆਹ, ਇੱਕ ਦਿਨ ਭਸਮ ਹੋ ਜਾਣਾ। ਗੁਰੂ ਸਾਹਿਬ ਕਹਿੰਦੇ ਤੁਸੀਂ ਬਿਲਕੁਲ ਕੋਰਾ ਪਖੰਡ ਕਰ ਰਹੇ ਹੋ। ਬੰਦੇ ਨੂੰ ਮੌਤ ਨੂੰ ਯਾਦ ਰੱਖਣ ਵਾਸਤੇ ਸਰੀਰ ਤੇ ਭਸਮ ਮਲਣ ਦੀ ਲੋੜ ਨਹੀਂ। ਇਹ ਬੰਦੇ ਨੂੰ ਪਤਾ ਹੋਣਾ ਚਾਹੀਦਾ ਸੁਰਤ ਕਰਕੇ ਹੀ ਕਿ ਸੱਚਮੁੱਚ ਇੱਕ ਦਿਨ ਮੇਰਾ ਅੰਤ ਆਉਣਾ ਹੈ, ਇੱਕ ਦਿਨ ਮੌਤ ਆਉਣੀ ਹੈ। ਉਹਦੇ ਵਾਸਤੇ ਸੁਆਹ ਮਲਣ ਦੀ ਕੀ ਲੋੜ ਪਈ। ਸਾਹਿਬ ਕਹਿੰਦੇ ਭਸਮ ਚੜਾਏ ਕਰੇ ਪਖੰਡ। ਤੁਸੀਂ ਇਸ ਗੱਲ ਦਾ ਪਖੰਡ ਕਰ ਰਹੇ ਹੋ, ਦਿਖਾਵਾ ਕਰ ਰਹੇ ਹੋ। ਮਾਇਆ ਮੋਹੇ ਸਹਿ ਜਮਡੰਡ, ਕਿਉਂਕਿ ਅਸਲ ਵਿੱਚ ਸਰੀਰ ਤੇ ਸੁਆਹ ਵੀ ਮਲ ਲਈ ਪਰ ਤੁਹਾਡਾ ਧਿਆਨ ਤਾਂ ਮਾਇਆਵੀ ਪਦਾਰਥਾਂ ਵੱਲ ਹੈ। ਤੁਹਾਡਾ ਧਿਆਨ ਤਾਂ ਸੰਸਾਰ ਵਿੱਚੋਂ ਆਪਣੀ ਇੱਜ਼ਤ ਮਾਣ, ਆਪਣੀ ਪੂਜਾ ਕਰਾਉਣ ਵੱਲ ਹੈ। ਤੇ ਸਾਹਿਬ ਕਹਿੰਦੇ ਤੁਸੀਂ ਜਮਾਂ ਦੀਆਂ ਮਾਰਾਂ ਤੋਂ ਬਚ ਨਹੀਂ ਸਕਦੇ। ਫੂਟੇ ਖੱਪਰ ਭੀਖ ਨ ਪਾਏ, ਬੰਧਨ ਵਾਧਿਆ ਆਵੇ ਜਾਏ। ਹੁਣ ਜਿਹੜੇ ਜੋਗੀ ਹਨ ਉਹਨਾਂ ਦੇ ਹੱਥ ਵਿੱਚ ਇੱਕ ਖੱਪਰ ਹੁੰਦਾ ਹੈ। ਖੱਪਰ ਦਾ ਭਾਵ ਇੱਕ ਐਸਾ ਬਰਤਨ ਹੁੰਦਾ ਹੈ ਜਿਹਦੇ ਵਿੱਚ ਉਹ ਭੀਖ ਮੰਗਦੇ ਹਨ। ਉਹਨਾਂ ਦੇ ਹੱਥ ਵਿੱਚ ਐਸਾ ਠੂਠਾ ਕਹਿ ਲਓ, ਖੱਪਰ ਕਹਿ ਲਓ, ਉਹ ਹੱਥ ਵਿੱਚ ਫੜ ਕੇ ਰੱਖਦੇ ਨੇ ਤੇ ਦੁਆਰੇ ਤੇ ਜਾ ਕੇ ਭੀਖ ਮੰਗਦੇ ਹਨ। ਤੇ ਗੁਰੂ ਸਾਹਿਬ ਕਹਿੰਦੇ ਨੇ ਅਸੀਂ ਸਾਰੇ ਹੀ ਰੱਬ ਦੇ ਦਰ ਤੇ ਭੀਖ ਮੰਗਣ ਵਾਸਤੇ ਆਉਂਦੇ। ਤੁਸੀਂ ਬਾਹਰੋਂ ਭੀਖ ਮੰਗਦੇ ਹੋ ਪਰ ਸੰਸਾਰ ਦਾ ਹਰ ਬੰਦਾ ਹੀ ਰੱਬ ਦੇ ਦਰ ਦਾ ਭਿਖਾਰੀ ਹੈ। ਤੇ ਰੱਬ ਦੇ ਦਰ ਦੇ ਭਿਖਾਰੀ ਬਣ ਕੇ ਗਏ ਆ ਤੇ ਸਾਡੇ ਕੋਲੇ ਖੱਪਰ ਕੀ ਹੈ? ਮਨ ਰੂਪੀ ਖੱਪਰ ਹੈ। ਸਾਡੇ ਕੋਲੇ ਠੂਠਾ ਪੜਿਆ ਹੈ ਮਨ ਦਾ। ਜੇ ਸਾਡਾ ਖੱਪਰ ਹੀ ਟੁੱਟਿਆ ਹੋਇਆ ਹੋਵੇ, ਹੁਣ ਮੰਨ ਲਓ ਕਿ ਜਿਹੜੇ ਬਰਤਨ ਵਿੱਚ ਬੰਦਾ ਭੀਖ ਮੰਗ ਰਿਹਾ ਹੈ ਉਹ ਬਰਤਨ ਟੁੱਟਿਆ ਹੋਇਆ ਹੋਵੇ ਤੇ ਕੋਈ ਪਦਾਰਥ ਉਹਦੇ ਵਿੱਚ ਪਾਵੇਗਾ ਵੀ ਤੇ ਫੁੱਟੇ ਹੋਏ ਭਾਂਡੇ ਵਿੱਚੋਂ ਹੇਠਾਂ ਡਿੱਗ ਪਵੇਗਾ। ਤੇ ਗੁਰੂ ਸਾਹਿਬ ਕਹਿੰਦੇ ਸਾਡੇ ਹਾਲਾਤ ਇਸੇ ਤਰ੍ਹਾਂ ਹੀ ਨੇ। ਸਾਡੇ ਮਨ ਦਾ ਜਿਹੜਾ ਭਾਂਡਾ ਹੈ, ਠੂਠਾ ਹੈ, ਇਹ ਤਾਂ ਟੁੱਟਿਆ ਪਿਆ ਹੈ, ਦੁਚਿੱਤਾਪਣ ਵਿੱਚ ਦੋ ਟੁਕੜੇ ਹੋਇਆ ਪਿਆ। ਹੁਣ ਆਉਂਦੇ ਹਾਂ ਅਸੀਂ ਰੱਬ ਦੇ ਦਰ ਤੋਂ ਖੈਰ ਮੰਗਣ ਵਾਸਤੇ, ਆਉਂਦੇ ਹਾਂ ਰੱਬ ਦੇ ਦਰ ਤੋਂ ਭੀਖ ਮੰਗਣ ਵਾਸਤੇ। ਹੇ ਪ੍ਰਮਾਤਮਾ, ਹੇ ਵਾਹਿਗੁਰੂ ਜੀ, ਕਿਰਪਾ ਕਰ, ਸਾਡੇ ਤੇ ਰਹਿਮਤ ਕਰ, ਸਾਨੂੰ ਆਪਣਾ ਪ੍ਰੇਮ ਬਖਸ਼ਿਸ਼ ਕਰ। ਤੇ ਜਿਹੜਾ ਮਨ ਦੋ ਟੁਕੜੇ ਹੋਇਆ ਪਿਆ ਹੈ, ਦੁਬਦਾ ਵਿੱਚ ਹੈ, ਇਹ ਮਨ ਰੂਪੀ ਠੂਠੇ ਵਿੱਚ, ਇਸ ਖੱਪਰ ਵਿੱਚ ਪ੍ਰੇਮ ਦਾ ਰੰਗ ਕਿਵੇਂ ਪਵੇਗਾ? ਪ੍ਰੇਮ ਦੀ ਦਾਤ ਕਿਵੇਂ ਟਿਕੇਗੀ? ਟੁੱਟੇ ਹੋਏ ਭਾਂਡੇ ਵਿੱਚ ਕੋਈ ਭੋਜਨ ਅਸੀਂ ਨਹੀਂ ਰੱਖਦੇ। ਭਾਂਡਾ ਟੁੱਟਾ ਹੋਇਆ ਹੋਵੇ, ਅਸੀਂ ਕਹਿੰਦੇ ਇਹਦੇ 'ਚ ਬਰਤਨ 'ਚ ਪਾਣੀ ਪਾਵਾਂਗੇ, ਉਹ ਵਹਿ ਜਾਏਗਾ। ਟੁੱਟੇ ਹੋਏ ਭਾਂਡੇ ਵਿੱਚ ਅਸੀਂ ਕੋਈ ਹੋਰ ਸਬਜ਼ੀ ਦਾਲ ਵਗੈਰਾ ਰੱਖਾਂਗੇ, ਉਹ ਵੀ ਨਿਕਲ ਜਾਏਗੀ।
ਤੇ ਸਾਹਿਬ ਕਹਿੰਦੇ ਫਿਰ ਜਦੋਂ ਰੱਬ ਦੇ ਦਰ ਤੇ ਆਉਣਾ ਹੈ, ਇੱਥੇ ਵੀ ਟੁੱਟਿਆ ਹੋਇਆ ਭਾਂਡਾ ਹੀ ਲੈ ਕੇ ਆ ਰਹੇ ਹਾਂ। ਭਾਵ ਕਿ ਸਾਡਾ ਮਨ ਜਿਹੜਾ ਹੈ ਉਹ ਖਿੰਡਿਆ ਪਿਆ ਹੈ, ਇਕਾਗਰ ਨਹੀਂ ਹੈ, ਤੇ ਚਾਹੁੰਦੇ ਕੀ ਆ ਵਾਹਿਗੁਰੂ ਦੇ ਘਰ ਤੋਂ ਵੱਡੀਆਂ ਦਾਤਾਂ ਮਿਲਣ। ਤੇ ਸਾਹਿਬ ਜੀ ਨੇ ਇਸੇ ਕਰਕੇ ਕਿਹਾ, ਕਹਿੰਦੇ ਫੂਟੇ ਖਾਬਰ ਭੀਖ ਨਾ ਪਾਏ। ਫੁੱਟੇ ਹੋਏ ਮਨ ਵਿੱਚ ਭੀਖ ਕਿੱਥੇ ਪੈ ਜਾਏਗੀ? ਬੰਧਨ ਵਧਿਆ ਆਵੇ ਜਾਏ। ਬੰਧਨਾਂ ਵਿੱਚ ਪਿਆ ਹੋਇਆ ਮਨ, ਬੇਅੰਤ ਬੰਧਨ ਸਾਡੇ ਜੀਵਨ ਨੂੰ ਪਏ ਨੇ, ਤੇ ਬੰਦਾ ਫਿਰ ਇਹਨਾਂ ਬੰਧਨਾਂ ਕਰਕੇ ਸੰਸਾਰ ਵਿੱਚ ਜੰਮੀ ਮਰੀ ਜਾਂਦਾ ਹੈ। ਤੇ ਸਾਹਿਬ ਜੀ ਫਿਰ ਕਿਰਪਾ ਕਰਦੇ ਨੇ, ਬਿੰਦ ਨ ਰਾਖੈ ਜਤੀ ਕਹਾਵੈ, ਮਾਈ ਮੰਗਤ ਤ੍ਰੈ ਲੋਭਾਵੈ। ਹੁਣ ਜਿਹੜੇ ਸਿੱਧ ਜੋਗੀ ਹਨ ਉਹ ਕਹਿੰਦੇ ਹਨ ਕਿ ਅਸੀਂ ਕਾਮ ਨੂੰ ਵਸ ਵਿੱਚ ਕੀਤਾ ਹੋਇਆ, ਅਸੀਂ ਕਾਮਿਕ ਵਿਚਾਰਾਂ ਤੋਂ ਮੁਕਤ ਹੋ ਗਏ ਹਾਂ, ਅਸੀਂ ਜਤੀ ਹਾਂ। ਪਰ ਗੁਰੂ ਸਾਹਿਬ ਕਹਿੰਦੇ ਤੁਸੀਂ ਇਹ ਵੀ ਬਿਲਕੁਲ ਝੂਠ ਬੋਲ ਰਹੇ ਹੋ। ਤੁਸੀਂ ਕਾਮ ਨੂੰ ਦਿਖਾਵੇ ਮਾਤਰ ਰੋਕਿਆ ਕਿ ਅਸੀਂ ਕਾਮਿਕ ਵਿਚਾਰਾਂ ਤੋਂ ਬਚੇ ਹੋਏ ਹਾਂ, ਪਰ ਤੁਹਾਡਾ ਮਨ ਹਮੇਸ਼ਾ ਹੀ ਕਾਮੀ ਬਣਿਆ ਰਹਿੰਦਾ ਹੈ। ਤੁਹਾਡੀ ਸੁਰਤ ਵਿੱਚ ਕਾਮ ਹੈ। ਤੇ ਸਾਹਿਬ ਕਹਿੰਦੇ ਜਦੋਂ ਤੁਹਾਡੀ ਸੁਰਤ ਕਾਮਿਕ ਵਿਚਾਰਾਂ ਨਾਲ ਭਰੀ ਹੋਈ ਹੈ, ਬੁਰੀਆਂ ਵਿਚਾਰਾਂ ਨਾਲ ਭਰੀ ਹੋਈ ਹੈ, ਤਾਂ ਭਾਈ ਤੁਸੀਂ ਦਿਖਾਵੇ ਦੇ ਜਤੀ ਕਿਵੇਂ ਕਹਾਉਂਦੇ ਹੋ? ਤੁਸੀਂ ਕਹਿੰਦੇ ਅਸੀਂ ਸਰੀਰ ਕਰਕੇ ਕਾਮ ਤੋਂ ਮੁਕਤ ਹਾਂ, ਪਰ ਤੁਹਾਡਾ ਮਨ ਬੁਰੀਆਂ ਵਿਚਾਰਾਂ ਵਿੱਚ ਹੈ। ਤੇ ਸਾਹਿਬ ਜੀ ਕਹਿੰਦੇ ਮਾਈ ਮੰਗਤ ਤ੍ਰੈ ਲੋਭਾਵੈ। ਹਜ਼ੂਰ ਕਹਿੰਦੇ ਨੇ ਤੁਸੀਂ ਜਿਨ੍ਹਾਂ ਦੇ ਘਰਾਂ ਵਿੱਚ ਜਾ ਕੇ ਭੀਖ ਮੰਗਦੇ ਹੋ, ਕਿਸੇ ਦੇ ਘਰ ਜਾਂਦੇ ਹੋ ਤੇ ਮਾਤਾ ਆਖ ਕੇ ਆਵਾਜ਼ ਮਾਰਦੇ ਹੋ, ਹੇ ਮਾਤਾ ਭੀਖ ਪਾਉਣੀ ਕਰ। ਪਰ ਸਤਿਗੁਰੂ ਕਹਿੰਦੇ ਤੁਹਾਡਾ ਮਨ ਜਿਹਨੂੰ ਮਾਤਾ ਆਖਿਆ ਉਹਦੇ ਪ੍ਰਤੀ ਹੀ ਲੋਭਾਇਮਾਨ ਹੋ ਜਾਂਦਾ ਹੈ। ਉਹਦੇ ਪ੍ਰਤੀ ਜੇ ਮਾੜੀ ਸੋਚ ਰੱਖਦਾ ਹੈ ਤਾਂ ਭਾਈ ਤੁਸੀਂ ਕਿੱਥੋਂ ਦੇ ਜੋਗੀ ਹੋਏ? ਤੁਹਾਡੇ ਅੰਦਰ ਤੁਹਾਡੀ ਸੁਰਤ ਵਿੱਚ ਜੇ ਵਿਕਾਰ ਚੱਲ ਰਹੇ ਹਨ, ਤੁਹਾਡੀ ਸੁਰਤ ਵਿਕਾਰਾਂ ਨਾਲ ਭਰੀ ਹੋਈ ਹੈ, ਤਾਂ ਸਤਿਗੁਰੂ ਕਹਿੰਦੇ ਫਿਰ ਤੁਸੀਂ ਜੀਵਨ ਵਿੱਚ ਜਤੀ ਕਿਵੇਂ ਕਹਾ ਰਹੇ ਹੋ? ਤੁਸੀਂ ਆਪਣੇ ਆਪ ਨੂੰ ਸਿੱਧ ਪੁਰਸ਼ ਕਿਵੇਂ ਕਹਾ ਰਹੇ ਹੋ? ਕਿਉਂਕਿ ਤੁਹਾਡੇ ਮਨ ਵਿੱਚ ਤਾਂ ਇੰਨੇ ਔਗਣ ਨੇ। ਜੇ ਇੰਨੇ ਔਗਣ ਹਨ ਤੇ ਸਤਿਗੁਰੂ ਕਹਿੰਦੇ ਫਿਰ ਤੁਹਾਡਾ ਭਲਾ ਕਿਵੇਂ ਹੋਏਗਾ? ਤੁਸੀਂ ਜੋਗੀ ਕਿਵੇਂ ਹੋਏ? ਤੇ ਸਾਹਿਬ ਕਹਿੰਦੇ ਨਿਰਦਇਆ ਨਹੀਂ ਜੋਤ ਉਜਾਲਾ, ਬੂੜਤ ਬੂਡੇ ਸਰਬ ਜੰਜਾਲਾ। ਹਜ਼ੂਰ ਕਹਿੰਦੇ ਤੁਸੀਂ ਧਰਮ ਦਾ ਜਿਹੜਾ ਮੂਲ ਹੈ, ਧਰਮ ਦਾ ਮੂਲ ਦਇਆ ਹੈ। ਦਇਆ ਤੋਂ ਬਿਨਾਂ ਬੰਦਾ ਧਰਮੀ ਨਹੀਂ ਹੋ ਸਕਦਾ। ਤੇ ਸਤਿਗੁਰੂ ਜੀ ਕਹਿੰਦੇ ਨੇ ਤੁਸੀਂ ਦਇਆ ਤੋਂ ਹੀ ਸਿੱਖਣੇ ਹੋ, ਤੁਹਾਡੇ ਅੰਦਰ ਤਰਸ ਨਹੀਂ ਹੈ। ਆਪਾਂ ਬਹੁਤ ਸਾਰੀਆਂ ਕਹਾਣੀਆਂ ਐਸੀਆਂ ਪੜ੍ਹੀਆਂ ਨੇ, ਜਿਹੜੇ ਜੋਗੀ ਸਨ ਉਹ ਜਦੋਂ ਸੰਸਾਰ ਵਿੱਚ ਆਉਂਦੇ ਸਨ, ਕਿਉਂਕਿ ਉਹਨਾਂ ਕੋਲੇ ਭਗਤੀ ਕਰਨ ਦੇ ਕਰਕੇ ਕੁਝ ਸ਼ਕਤੀਆਂ ਸਨ, ਭਗਤੀ ਉਹਨਾਂ ਨੇ ਬਹੁਤ ਕੀਤੀ ਸੀ। ਪਰ ਉਹ ਕੀ ਕਰਦੇ ਸਨ? ਲੋਕਾਂ ਕੋਲੋਂ ਆਪਣੀ ਪੂਜਾ ਮਾਨਤਾ ਕਰਾਉਂਦੇ ਸਨ। ਤੇ ਜਦੋਂ ਕੋਈ ਉਹਨਾਂ ਦੀ ਗੱਲ ਨਹੀਂ ਸੀ ਮੰਨਦਾ, ਉਹ ਕੀ ਕਰਦੇ ਸਨ? ਇੱਕਦਮ ਕ੍ਰੋਧ ਵਿੱਚ ਆ ਕੇ ਸ਼ਰਾਪ ਦੇ ਦਿੰਦੇ ਸਨ। ਬਹੁਤ ਸਾਰੇ ਜੋਗੀਆਂ ਨੇ ਬਹੁਤ ਸਾਰੇ ਲੋਕਾਂ ਨੂੰ ਸ਼ਰਾਪ ਦਿੱਤਾ। ਕਿਉਂ? ਕਿਉਂਕਿ ਕ੍ਰੋਧ ਵਿੱਚ ਬਹੁਤ ਜਲਦੀ ਆਉਂਦੇ ਸਨ। ਉਹ ਇਹ ਨਹੀਂ ਸੀ ਵੇਖਦੇ ਕਿ ਕਿਸੇ ਤੇ ਤਰਸ ਕਰਨਾ ਚਾਹੀਦਾ ਹੈ, ਗਲਤੀ ਕਿਸੇ ਕੋਲ ਵੀ ਹੋ ਸਕਦੀ ਹੈ, ਇਹਨੂੰ ਮਾਫ ਕਰ ਦੇਣਾ ਚਾਹੀਦਾ ਹੈ। ਉਹ ਇਹ ਨਹੀਂ ਸੀ ਕਰਦੇ। ਗੁਰੂ ਸਾਹਿਬ ਕਹਿੰਦੇ ਤੁਹਾਡੇ ਅੰਦਰ ਕਿਸੇ ਪ੍ਰਤੀ ਦਇਆ ਨਹੀਂ ਹੈ। ਜਿਸ ਬੰਦੇ ਅੰਦਰ ਦਇਆ ਹੀ ਨਹੀਂ, ਉਹ ਬੰਦਾ ਧਰਮੀ ਹੋ ਹੀ ਨਹੀਂ ਸਕਦਾ। ਅਸੀਂ ਵੀ ਹਾਂ, ਅਸੀਂ ਜਦੋਂ ਪੰਜ ਪਿਆਰਿਆਂ ਦੇ ਵੀ ਨਾਮ ਪੜ੍ਹਦੇ ਹਾਂ, ਗੁਰੂ ਸਾਹਿਬ ਨੇ ਪੰਜ ਪਿਆਰਿਆਂ ਦੇ ਨਾਮ ਵੀ ਇੱਕ ਤਰਤੀਬ ਵਿੱਚ ਰੱਖਿਆ। ਸਭ ਤੋਂ ਪਹਿਲੇ ਪਿਆਰੇ ਨੇ ਭਾਈ ਦਇਆ ਸਿੰਘ, ਭਾਵ ਕਿ ਜੇ ਤੂੰ ਸਿੱਖ ਬਣਨਾ, ਤੇਰੇ ਜੀਵਨ ਵਿੱਚ ਦਇਆ ਆਉਣੀ ਚਾਹੀਦੀ ਹੈ। ਕਿਸੇ ਦੇ ਦੁੱਖ ਨੂੰ ਦੇਖ ਕੇ ਤੇਰੇ ਅੰਦਰ ਤਰਸ ਆਉਣਾ ਚਾਹੀਦਾ। ਕਿਸੇ ਦਾ ਦੁੱਖ ਵੇਖ ਕੇ ਸਾਡੇ ਅੰਦਰ ਭਾਵਨਾ ਆਉਣੀ ਚਾਹੀਦੀ ਹੈ, ਇਹਦਾ ਦੁੱਖ ਦੂਰ ਕਿਵੇਂ ਕਰ ਸਕਦੇ ਹਾਂ, ਮੈਂ ਕੀ ਕਰ ਸਕਦਾ ਹਾਂ। ਜੇ ਕਿਸੇ ਦਾ ਦੁੱਖ ਦੇਖ ਕੇ ਅਸੀਂ ਹੱਸ ਰਹੇ ਹਾਂ, ਕਿਸੇ ਨੂੰ ਮੁਸੀਬਤ ਵਿੱਚ ਵੇਖ ਕੇ ਅਸੀਂ ਉਹਦੀ ਮਜਬੂਰੀ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਅਸੀਂ ਭਾਵੇਂ ਕਿੱਡੇ ਵੱਡੇ ਧਰਮੀ ਕਹਾਉਂਦੇ ਹੋਈਏ, ਅਸੀਂ ਧਰਮੀ ਨਹੀਂ। ਸਾਡਾ ਪਹਿਰਾਵਾ ਧਰਮੀ ਹੋ ਸਕਦਾ ਹੈ, ਦਿਖਣ ਤੋਂ ਅਸੀਂ ਧਰਮੀ ਹੋ ਸਕਦੇ ਹਾਂ, ਪਰ ਜੇ ਅਸੀਂ ਮਜਬੂਰ ਬੰਦੇ ਦੀ ਮਜਬੂਰੀ ਦਾ ਫਾਇਦਾ ਉਠਾ ਰਹੇ ਹਾਂ, ਜਾਂ ਅਸੀਂ ਦੁੱਖਾਂ ਵਿੱਚ ਪਏ ਹੋਏ ਬੰਦੇ ਦੇ ਦੁੱਖਾਂ ਨੂੰ ਕੈਸ਼ ਕਰ ਰਹੇ ਹਾਂ, ਤਾਂ ਅਸੀਂ ਧਰਮ ਤੋਂ ਸੱਖਣੇ ਹਾਂ।
ਕਿਉਂਕਿ ਸਾਡੇ ਅੰਦਰ ਦਇਆ ਨਹੀਂ, ਜਿਹੜਾ ਧਰਮ ਦਾ ਮੂਲ ਹੈ। ਤੇ ਸਤਿਗੁਰਾਂ ਨੇ ਸਿੱਧਾਂ ਜੋਗੀਆਂ ਨੂੰ ਵੀ ਇਹੀ ਵਚਨ ਕੀਤਾ, ਕਹਿਣ ਲੱਗੇ ਨਿਰਦਇਆ ਨਹੀਂ ਜੋਤ ਉਜਾਲਾ। ਤੁਹਾਡੇ ਅੰਦਰ ਦਇਆ ਹੈ ਹੀ ਨਹੀਂ, ਤੁਸੀਂ ਧਰਮ ਤੋਂ ਸੱਖਣੇ ਹੋ। ਤੁਹਾਡੇ ਅੰਦਰ ਪ੍ਰਮਾਤਮਾ ਜੀ ਦਾ ਪਿਆਰ ਨਹੀਂ ਹੈ, ਕਿਉਂਕਿ ਤੁਸੀਂ ਲੋਕਾਈ ਨੂੰ, ਮਨੁੱਖਤਾ ਨੂੰ ਪ੍ਰੇਮ ਨਹੀਂ ਕਰ ਪਾ ਰਹੇ। ਬੂਢਤ ਬੂਢੇ ਸਰਬ ਜੰਜਾਲਾ, ਤੁਸੀਂ ਹਰ ਕਿਸਮ ਦੇ ਝਮੇਲਿਆਂ ਵਿੱਚ ਬਿਲਕੁਲ ਡੁੱਬੇ ਪਏ ਹੋ ਤੇ ਤੁਸੀਂ ਕਹਿਣ ਨੂੰ ਤੁਸੀਂ ਜੋਗੀ ਕਹਾ ਰਹੇ ਹੋ। ਜੇ ਤੁਸੀਂ ਧਿਆਨ ਨੂੰ ਇਕਾਗਰ ਕਰੋ, ਰੱਬ ਦੇ ਪ੍ਰੇਮ ਵਿੱਚ ਜੁੜੋ, ਫਿਰ ਤਾਂ ਤੁਸੀਂ ਆਪਣੇ ਮਨ ਦੀ ਦੁਬਿਧਾ ਨੂੰ, ਦਵੈਤ ਭਾਵਨਾ ਨੂੰ ਦੂਰ ਕਰ ਸਕਦੇ ਹੋ। ਪਰ ਜੇ ਇਸ ਤਰ੍ਹਾਂ ਦਾ ਤੁਹਾਡਾ ਜੀਵਨ ਦਿਖ ਰਿਹਾ ਹੈ, ਇਸ ਤਰ੍ਹਾਂ ਦੇ ਜੀਵਨ ਨਾਲ ਤੁਹਾਡਾ ਭਲਾ ਨਹੀਂ ਹੋਣਾ। ਹੁਣ ਗੁਰੂ ਸਾਹਿਬ ਜੀ ਦੇ ਇਹ ਸਭ ਬਿਲਕੁਲ ਸਿੱਧੇ ਤੇ ਸਪਸ਼ਟ ਸ਼ਬਦ ਹਨ। ਜੋਗੀਆਂ ਵਾਸਤੇ ਵੀ ਉਨੇ ਹੀ ਮਾਇਨੇ ਰੱਖਦੇ ਹਨ ਤੇ ਸਾਡੇ ਵਾਸਤੇ, ਜਿਹੜੇ ਅਸੀਂ ਵੀ ਧਰਮੀ ਕਹਾਉਂਦੇ ਹਾਂ, ਸਾਡੇ ਵਾਸਤੇ ਵੀ ਉਨੇ ਹੀ ਮਾਇਨੇ ਰੱਖਦੇ ਹਨ। ਜਿਸ ਤਰ੍ਹਾਂ ਜੋਗੀ ਪਖੰਡ ਕਰਦੇ ਸਨ, ਕਈ ਵਾਰੀ ਅਸੀਂ ਵੀ ਉਸ ਤੋਂ ਵੀ ਕਿਤੇ ਜ਼ਿਆਦਾ ਪਖੰਡ ਕਰਦੇ ਹਾਂ। ਅਸੀਂ ਵੀ ਬਹੁਤ ਦਿਖਾਵਾ ਜ਼ਿਆਦਾ ਕਰਦੇ ਹਾਂ, ਦਿਖਣ ਵਾਸਤੇ ਅਸੀਂ ਧਰਮੀ ਦਿਖਦੇ ਹਾਂ, ਪਰ ਸਾਡੇ ਅੰਦਰ ਵੀ ਈਰਖਾ, ਨਫ਼ਰਤ, ਇੱਕ ਦੂਸਰੇ ਪ੍ਰਤੀ ਸਾੜਾ, ਇਹ ਸਾਰਾ ਕੁਝ ਸਾਡੇ ਜੀਵਨ ਵਿੱਚ ਵੀ ਹੈ। ਤੇ ਜਿਹੜੇ ਬਚਨ ਗੁਰੂ ਸਾਹਿਬ ਨੇ ਉਹਨਾਂ ਨੂੰ ਕਹੇ ਨੇ ਕਿ ਭਾਈ ਤੁਸੀਂ ਇਹ ਸਾਰਾ ਕੁਝ ਕਰ ਰਹੇ ਹੋ ਤੇ ਤੁਸੀਂ ਧਰਮੀ ਨਹੀਂ ਹੋ ਸਕਦੇ, ਇਹੀ ਬਚਨ ਸਾਡੇ ਵਾਸਤੇ ਵੀ ਹਨ। ਜੇ ਅਸੀਂ ਵੀ ਪਖੰਡ ਕਰ ਰਹੇ ਹਾਂ, ਅਸੀਂ ਵੀ ਧਰਮੀ ਨਹੀਂ ਬਣ ਸਕਦੇ। ਜਦੋਂ ਗੁਰੂ ਸਾਹਿਬ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ, ਚੌਪਈ ਦੰਭ ਧਾਰ ਕਰ ਜਗ ਦੇ ਖਰਾਵੋ, ਲੋਕਨ ਮੈਂ ਨਿਜ ਮਾਨ ਵਧਾਵੋ। ਗੁਰੂ ਸਾਹਿਬ ਕਹਿੰਦੇ ਤੁਸੀਂ ਪਖੰਡ ਧਾਰਨ ਕਰਕੇ ਸੰਸਾਰ ਨੂੰ ਦਿਖਾਉਂਦੇ ਹੋ। ਲੋਕੀ ਤੁਹਾਡੀ ਇਸ ਕਰਕੇ ਪੂਜਾ ਕਰਦੇ ਹਨ ਕਿ ਇਹ ਬੜੇ ਧਰਮੀ ਹਨ, ਇਹ ਰੱਬ ਦੇ ਪ੍ਰੇਮ ਵਿੱਚ ਰੰਗੇ ਹੋਏ ਨੇ। ਤੁਸੀਂ ਪਖੰਡ ਕਰਕੇ ਲੋਕਾਂ ਵਿੱਚ ਆਪਣਾ ਮਾਣ ਵਧਾ ਰਹੇ ਹੋ, ਆਪਣੀ ਇੱਜ਼ਤ ਵਧਾਉਣ ਦਾ ਯਤਨ ਕਰ ਰਹੇ ਹੋ। ਵੇਖ ਕੂਰ ਨੈ ਹਿਰਦੈ ਕਮਾਵੋ, ਨਾਮ ਜਪੇ ਬਿਨ ਕਿਉ ਸਚ ਪਾਵੋ। ਸਤਿਗੁਰੂ ਕਹਿੰਦੇ ਝੂਠਾ ਹੀ ਭੇਖ ਬਣਾਇਆ ਹੈ, ਬਾਹਰੋਂ ਦਿਖਾਵੇ ਦੇ ਜੋਗੀ ਬਣ ਗਏ, ਪਰ ਮਨ ਕਰਕੇ ਤੁਹਾਡੀ ਸੁਰਤ ਪਰਮਾਤਮਾ ਦੇ ਨਾਮ ਵਿੱਚ ਜੁੜੀ ਹੋਈ ਨਹੀਂ। ਨਾਮ ਜਪਣ ਤੋਂ ਬਗੈਰ, ਤੁਸੀਂ ਬੰਦਗੀ ਤੋਂ ਬਗੈਰ ਕਿਵੇਂ ਵਾਹਿਗੁਰੂ ਨੂੰ ਪ੍ਰਾਪਤ ਕਰ ਲਵੋਗੇ। ਜਗ ਅਸਤੈ ਲਖੇ ਹੈ ਜੋ, ਮਾਨ ਹੇਤ ਦੰਭ ਕਰੈ ਨ ਸੋ। ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਨੇ ਸੱਚਮੁੱਚ ਤਿਆਗੀ ਬਣਨਾ ਹੁੰਦਾ, ਜਿਹੜੇ ਸੱਚਮੁੱਚ ਜੋਗੀ ਬਣਦੇ ਨੇ, ਉਹਨਾਂ ਨੂੰ ਸਮਝ ਪੈ ਜਾਂਦੀ ਹੈ ਕਿ ਸੰਸਾਰ ਅਸਤ ਹੈ, ਇਹ ਸਦਾ ਰਹਿਣ ਵਾਲਾ ਨਹੀਂ। ਤੇ ਜਿਨ੍ਹਾਂ ਨੂੰ ਇਹ ਗੱਲ ਦੀ ਸਮਝ ਪੈ ਗਈ ਕਿ ਜੋ ਦਿਖਦਾ ਇੱਕ ਦਿਨ ਨਹੀਂ ਰਹਿਣਾ, ਉਹ ਫਿਰ ਝੂਠੇ ਮਾਣ ਵਾਸਤੇ, ਝੂਠੀ ਇੱਜ਼ਤ ਵਾਸਤੇ ਪਖੰਡ ਨਹੀਂ ਕਰਿਆ ਕਰਦੇ। ਉਹਨਾਂ ਨੂੰ ਪਤਾ ਹੁੰਦਾ ਹੈ ਕਿ ਜਿਹੜੀ ਵਡਿਆਈ ਅਸੀਂ ਕਰਾਵਾਂਗੇ ਵੀ, ਇਹ ਵੀ ਵਡਿਆਈ ਇੱਕ ਦਿਨ ਵਿਰਸ ਜਾਏਗੀ, ਸਾਡਾ ਮਾਣ ਵੀ ਵਿਰਸ ਜਾਏਗਾ। ਇੱਕ ਮਨ ਹਵੈ ਜੋ ਨਾਮ ਜਪਾਹੀ, ਮਿਲ ਹੈ ਸੋ ਨਾਮੀ ਕੇ ਮਾਹੀ। ਹਜ਼ੂਰ ਕਹਿੰਦੇ ਨੇ ਜਿਹੜਾ ਇੱਕ ਮਨ ਹੋ ਕੇ ਨਾਮ ਜਪਦਾ ਹੈ, ਇਕਾਗਰ ਹੋ ਕੇ ਪ੍ਰਮਾਤਮਾ ਦੀ ਬੰਦਗੀ ਕਰਦਾ ਹੈ, ਇੱਕ ਦਿਨ ਆਉਂਦਾ ਹੈ ਕਿ ਉਹ ਪ੍ਰਮਾਤਮਾ ਜੀ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ ਹੈ, ਉਹਦੇ ਨਾਲ ਉਹਦਾ ਮਿਲਾਪ ਹੋ ਜਾਂਦਾ ਹੈ। ਸੁਣਤ ਸ਼ਬਦ ਸਿਧ ਸਰਬ ਲਜਾਏ, ਤੂਸਨ ਪਏ ਨਾ ਉਤਰ ਆਏ। ਗੁਰੂ ਸਾਹਿਬ ਜੀ ਦੇ ਸ਼ਬਦ ਨੂੰ ਸੁਣ ਕੇ, ਕਿਉਂਕਿ ਗੁਰੂ ਕੀ ਬਾਣੀ ਬਿਲਕੁਲ ਸੱਚ ਹੈ, ਗੁਰੂ ਸਾਹਿਬ ਜੀ ਕਿਸੇ ਦਾ ਲਿਹਾਜ਼ ਨਹੀਂ ਕਰਦੇ। ਇੱਥੋਂ ਤੱਕ ਜਿਹੜਾ ਬੰਦਾ ਧਰਮ ਦੀ ਗੱਲ ਕਰ ਰਿਹਾ ਹੈ, ਗੁਰੂ ਸਾਹਿਬ ਨੇ ਕਿਹਾ ਧਰਮ ਦੀਆਂ ਗੱਲਾਂ ਕਰਨ ਵਾਲਿਆ, ਜੇ ਤੂੰ ਕੱਲੀਆਂ ਧਰਮ ਦੀਆਂ ਗੱਲਾਂ ਹੀ ਕਰਦਾ ਹੈ, ਆਪ ਵਚਨ ਨਹੀਂ ਕਮਾਉਂਦਾ, ਇਹਦੇ ਨਾਲ ਤੇਰੇ ਮੂੰਹ ਵਿੱਚ ਰੇਤ ਪੈ ਜਾਏ। ਅਵਰ ਉਪਦੇਸ਼ ਹੈ ਆਪ ਨਾ ਕਰੈ। ਜਿਹੜਾ ਗੱਲ ਵੀ ਕਰ ਰਿਹਾ, ਸਤਿਗੁਰੂ ਨੇ ਉਹਨੂੰ ਵੀ ਨਹੀਂ ਬਖਸ਼ਿਆ। ਸਤਿਗੁਰੂ ਕਹਿੰਦੇ ਜੇ ਤੂੰ ਕੱਲੀਆਂ ਗੱਲਾਂ ਹੀ ਕਰਦਾ, ਬਚਨ ਆਪ ਕਮਾਉਂਦਾ ਨਹੀਂ, ਅਵਰੇ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ। ਸਤਿਗੁਰੂ ਕਹਿੰਦੇ ਤੇਰੇ ਮੂੰਹ 'ਚ ਰੇਤ ਪੈ ਜਾਏ। ਕਿਉਂ? ਕਿਉਂਕਿ ਜੇ ਤੂੰ ਆਪ ਨਹੀਂ ਕਮਾਇਆ, ਗੱਲਾਂ ਕਹਿਣ ਮਾਤਰ ਹੀ ਰੱਖੀਆਂ, ਜੀ ਧਰਮ ਕਮਾਉਣਾ ਚਾਹੀਦਾ ਹੈ, ਆਹ ਕਰਨਾ ਚਾਹੀਦਾ ਹੈ, ਜੇ ਬੰਦੇ ਨੇ ਕਮਾਇਆ ਹੀ ਨਹੀਂ ਤਾਂ ਸਤਿਗੁਰੂ ਕਹਿੰਦੇ ਮੁਖ ਮੈਂ ਪਰ ਹੈ ਰੇਤ।
ਇੱਥੇ ਕਿਸੇ ਨੂੰ ਨਹੀਂ ਬਖਸ਼ਿਆ ਗਿਆ। ਗੁਰੂ ਸਾਹਿਬ ਜੀ ਸੱਚ ਬਿਆਨ ਕਰਦੇ ਹਨ ਤੇ ਸੱਚ ਭਾਵੇਂ ਕਿਸੇ ਨੂੰ ਕਿਵੇਂ ਵੀ ਲੱਗੇ, ਕਿਸੇ ਨੂੰ ਸੁੱਖ ਦਵੇ, ਕਿਸੇ ਨੂੰ ਦੁੱਖ ਦਵੇ, ਗੁਰੂ ਕੇ ਬਚਨ ਸਾਰਿਆਂ ਵਾਸਤੇ ਇੱਕੋ ਜਿਹੇ ਨੇ। ਜਦੋਂ ਸਤਿਗੁਰਾਂ ਨੇ ਬਿਆਨ ਕੀਤਾ, ਸੱਚ ਬਿਆਨ ਕੀਤਾ, ਸਿੱਧਾਂ ਨੂੰ ਬੜੀ ਸ਼ਰਮ ਜਿਹੀ ਆਈ, ਬੜੇ ਲੱਜਿਤ ਜਿਹੇ ਹੋਏ, ਚੁੱਪ ਕਰ ਗਏ। ਕੋਈ ਸਵਾਲ, ਕੋਈ ਜਵਾਬ ਹੀ ਨਹੀਂ ਆ ਰਿਹਾ ਇਹਨਾਂ ਨੂੰ। ਕਰੇ ਆਦੇਸ ਆਦੇਸ ਬਹੋਰੀ, ਗਏ ਸਿੱਧ ਸਭ ਆਵਰੇ ਠੌਰੀ। ਸਾਰਿਆਂ ਨੇ ਆਦੇਸ਼ ਆਦੇਸ਼ ਕਹਿ ਕੇ ਤੋਂ ਉੱਠਣਾ ਕੀਤਾ ਹੈ। ਆਦੇਸ਼ ਆਦੇਸ਼ ਕਹਿੰਦੇ ਹੋਏ ਇਹ ਸਿੱਧ ਉੱਠ ਕੇ ਥੋੜੇ ਦੂਰ ਚਲੇ ਗਏ ਹਨ। ਗੋਰਖ ਮਤਾ ਨਾਮ ਇੱਕ ਥਾਨਾ, ਤਹਾਂ ਜਾਏ ਕੀਏ ਆਸਨ ਠਾਨਾ। ਜਿੱਥੇ ਗੋਰਖ ਮਤਾ ਨਾਮ ਦਾ ਸਥਾਨ ਹੈ, ਇਹ ਉੱਥੇ ਜਾ ਕੇ ਬੈਠ ਗਏ। ਉੱਥੇ ਇਹਨਾਂ ਨੇ ਆਸਣ ਲਾ ਲਏ ਆਪਣੇ। ਕਿਨ ਹੂੰ ਤਰ ਮ੍ਰਿਗਸਾਲ ਨਸਾਏ, ਕਿਨ ਬੈਰਾਗਣ ਭੁਜਾ ਉਠਾਏ। ਕਿਸੇ ਨੇ ਆਪਣੇ ਹੇਠ ਮਿਰਗਸ਼ਾਲਾ ਵਸਾ ਲਈ, ਭਾਵ ਕੇ ਹਿਰਨ ਦੀ ਖੱਲ ਜਿਹਦੇ ਤੇ ਜੋਗੀ ਜ਼ਿਆਦਾਤਰ ਬੈਠਦੇ ਨੇ, ਉਹ ਹੇਠਾਂ ਵਸਾ ਲਈ। ਕਿਸੇ ਨੇ ਬੈਰਾਗਣ ਜਿਹੜੀ ਹੈ ਇਹਨਾਂ ਦੇ ਹੱਥ ਵਿੱਚ ਫੜੀ ਹੁੰਦੀ, ਉਹ ਹੱਥ ਵਿੱਚ ਫੜ ਲਈ ਹੈ। ਭਸਮ ਅੰਗ ਭਸਮ ਸੰਗ ਅੰਗੇ ਸਿਤਰੰਗਾ, ਤੂਸਣ ਬੈਠੇ ਮਾਣਿਓ ਤੰਗਾ। ਉਹਨਾਂ ਨੇ ਆਪਣੇ ਸਾਰੇ ਅੰਗ ਸਵਾਹ ਮਲ ਮਲ ਕੇ ਬਿਲਕੁਲ ਸਰੀਰ ਸਫੈਦ ਬਣਾ ਰੱਖਿਆ। ਅੱਜ ਕੱਲ੍ਹ ਵੀ ਆਪਾਂ ਵੇਖਦੇ ਹਾਂ ਭਾਰਤ ਦੇ ਵਿੱਚ, ਇੰਡੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਸਾਧੂ ਨੇ ਬਿਲਕੁਲ ਸਵਾਹ ਵਿੱਚ ਆਪਣੇ ਸਰੀਰ ਨੂੰ ਰੰਗ ਕੇ ਰੱਖਦੇ ਆ। ਇਹਨਾਂ ਸਿੱਧਾ ਜੋਗੀਆਂ ਨੇ ਵੀ ਸਵਾਹ ਮਲ ਕੇ, ਭਸਮ ਮਲ ਮਲ ਕੇ ਸਰੀਰ ਬਿਲਕੁਲ ਸਫੈਦ ਕਰ ਲਿਆ ਹੈ। ਤਿਨ ਪਾਛੇ ਕੇਤਕ ਚਿਰਕਾਲਾ, ਪਹੁੰਚੇ ਤਹਾਂ ਜਾਏ ਕਿਰਪਾਲਾ। ਇਹ ਚੁੱਪਚਾਪ ਹੰਕਾਰ ਵਿੱਚ ਬੈਠੇ ਨੇ ਤੇ ਕੁਝ ਸਮੇਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਇਹਨਾਂ ਕੋਲ ਹੀ ਆ ਕੇ ਬੈਠ ਗਏ। ਉਹ ਵੀ ਸਤਿਗੁਰੂ ਵੀ ਪਹੁੰਚ ਗਏ। ਸਭ ਕੋ ਕੀਨ ਆਦੇਸ ਆਦੇਸਾ, ਬੈਠਿਓ ਚਹਿਤ ਬਹੁਰ ਜੁਗ ਤੇਸਾ। ਸਾਰਿਆਂ ਨੂੰ ਸਤਿਗੁਰਾਂ ਨੇ ਆਦੇਸ ਆਦੇਸ਼ ਕਹਿਣਾ ਕੀਤਾ ਤੇ ਗੁਰੂ ਸਾਹਿਬ ਜੀ ਇੱਥੇ ਬੈਠਣਾ ਚਾਹੁੰਦੇ ਨੇ। ਸੋ ਕੋ ਬਿਰਖ ਹੋ ਤੋ ਤਹਿ ਕੋ, ਤਹਿ ਤਰ ਬੈਠੇ ਜਲਦ ਬਵੇਕੋ। ਇੱਥੇ ਇੱਕ ਸੁੱਕਿਆ ਹੋਇਆ ਰੁੱਖ ਸੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜਗਤ ਦੇ ਮਾਲਕ ਇਸ ਸੁੱਕੇ ਹੋਏ ਰੁੱਖ ਦੇ ਹੇਠਾਂ ਬੈਠ ਗਏ। ਸੋ ਚਲ ਦਲ ਕੋ ਤਰਤਤ ਕਾਲਾ, ਹਰਿਓ ਹੋਤ ਪਾ ਪੱਤਰ ਵਿਸਾਲਾ। ਉਹ ਪਿੱਪਲ ਦਾ ਰੁੱਖ ਜਿਹੜਾ ਸੁੱਕਿਆ ਪਿਆ ਸੀ, ਜਿਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਉਹਦੇ ਹੇਠਾਂ ਆ ਕੇ ਵਿਰਾਜੇ, ਉਹ ਦਰਖਤ ਹਰਾ ਭਰਾ ਹੋ ਗਿਆ। ਬੇਅੰਤ ਨੂੰ ਪੱਤੇ ਨਿਕਲ ਆਏ ਹਨ। ਅਵਲੋਕਨ ਵਿਸਮੇ ਸਿਧ ਮਾਨੀ, ਕਰੇ ਅਸੂਜਾ ਬੋਲੇ ਬਾਣੀ। ਜਿਹੜੇ ਅਹੰਕਾਰੀ ਸਿੱਧ ਸਨ, ਇਹ ਵੇਖ ਕੇ ਬੜੇ ਹੈਰਾਨ ਹੋਏ ਤੇ ਉਹਨਾਂ ਦੇ ਮਨ ਵਿੱਚ ਫੇਰ ਈਰਖਾ ਜਾਗ ਪਈ। ਸਿੱਖਿਆ ਲੈ ਤੂੰ ਪਾਸਿਕ ਕਹਿ ਕੋ, ਹਮ ਕੋ ਨਾਮ ਬਤਾਵੋ ਤੇਹ ਕੋ। ਗੁਰੂ ਸਾਹਿਬ ਨੂੰ ਕਹਿੰਦੇ, ਤੁਸੀਂ ਸਿੱਖਿਆ ਕਿਹਦੇ ਕੋਲੋਂ ਲਈ ਹੈ? ਤੁਹਾਡਾ ਗੁਰੂ ਕੌਣ ਹੈ ਜਿਹਦੇ ਕੋਲੋਂ ਤੁਸੀਂ ਸਿੱਖਿਆ ਲਈ ਹੈ? ਉਹਦਾ ਨਾਮ ਦੱਸੋ, ਕੌਣ ਹੈ? ਕਿਸ ਦੁੱਖ ਤੇ ਉਰ ਭਇਓ ਉਦਾਸਾ, ਜੇ ਡਰ ਕਰਨਾ ਜਾਏ ਅਵਾਸਾ। ਗੁਰੂ ਸਾਹਿਬ ਨੂੰ ਕਹਿੰਦੇ, ਤੁਹਾਨੂੰ ਕਿਹੜਾ ਦੁੱਖ ਲੱਗਿਆ ਹੋਇਆ? ਤੁਸੀਂ ਘਰੇ ਜਾਂਦੇ ਹੀ ਨਹੀਂ, ਆਪਣੇ ਘਰ ਜਾਂਦੇ ਨਹੀਂ। ਕੀ ਡਰ ਹੈ ਤੁਹਾਨੂੰ? ਕਿਹੜੇ ਦੁੱਖ ਕਰਕੇ ਘਰ ਛੱਡਿਆ ਹੋਇਆ? ਉਦਾਸ ਹੋਏ ਫਿਰਦੇ ਹੋ। ਵਿਚਤ ਰਹਿ ਨਹੀਂ ਨਿਜ ਜਾਏ, ਇਸਤਰ ਜਾਏ ਨ ਪਾਵੈ ਕਾਈ। ਗੁਰੂ ਸਾਹਿਬ ਨੂੰ ਕਹਿੰਦੇ, ਤੁਸੀਂ ਰੋਜ਼ ਹੀ ਨਵੀਂ ਨਵੀਂ ਥਾਂ ਤੇ ਘੁੰਮਦੇ ਰਹਿੰਦੇ ਹੋ, ਇੱਧਰ ਉੱਧਰ ਫਿਰਦੇ ਰਹਿੰਦੇ ਹੋ, ਇੱਕ ਥਾਂ ਤੇ ਟਿਕਾਣਾ ਬਣਾ ਕੇ ਕਿਉਂ ਨਹੀਂ ਬੈਠਦੇ? ਜਿੱਧਰ ਵੇਖੋ ਤੁਹਾਡੇ ਚਰਚੇ ਸੁਣੀਦੇ ਨੇ, ਕਦੇ ਕਿਤੇ ਚਲੇ ਜਾਂਦੇ ਹੋ, ਕਦੇ ਕਿਤੇ ਚਲੇ ਜਾਂਦੇ ਹੋ। ਤੁਸੀਂ ਇੱਕ ਟਿਕਾਣਾ ਬਣਾ ਕੇ ਕਿਉਂ ਨਹੀਂ ਬੈਠਦੇ? ਤੋ ਮੈਂ ਜੋਰ ਸਖਤ ਕਹੋ ਕੀਤਾ, ਸੁਣ ਬੋਲੇ ਬੇਦੀ ਕੁਲ ਕੀਤਾ। ਗੁਰੂ ਸਾਹਿਬ ਨੂੰ ਕਹਿੰਦੇ, ਤੁਹਾਡੇ 'ਚ ਕਿੰਨੀ ਕੁ ਸ਼ਕਤੀ ਹੈ, ਕਿੰਨਾ ਕੁ ਤੁਹਾਡੇ ਵਿੱਚ ਜ਼ੋਰ ਹੈ। ਇਹਨਾਂ ਦੀਆਂ ਗੱਲਾਂ ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਿਰ ਬਚਨ ਕੀਤਾ, ਦੋਹਰਾ ਮਨ ਬਚ ਕਰਮ ਸਿੱਖ ਸਾਚ ਕੋ, ਜਿਸ ਤੇ ਵੱਡਾ ਨ ਕੋਏ।
ਇਹਨਾਂ ਨੇ ਪਹਿਲਾ ਸਵਾਲ ਕੀਤਾ ਸੀ, ਕਹਿੰਦੇ ਤੁਸੀਂ ਸਿੱਖਿਆ ਕਿਹਦੇ ਤੋਂ ਲਈ ਹੈ, ਤੁਹਾਡਾ ਗੁਰੂ ਕੌਣ ਹੈ, ਉਹਦਾ ਨਾਮ ਦੱਸੋ। ਤੇ ਗੁਰੂ ਸਾਹਿਬ ਹੁਣ ਉਹਨਾਂ ਦੇ ਪਹਿਲੇ ਸਵਾਲ ਦਾ ਜਵਾਬ ਦਿੰਦੇ ਨੇ, ਕਹਿੰਦੇ ਮਨ, ਬਚਨ ਤੇ ਕਰਮਾਂ ਕਰਕੇ ਮੈਂ ਸੱਚੇ ਪ੍ਰਮਾਤਮਾ ਜੀ ਦਾ ਸਿੱਖ ਹਾਂ। ਮੈਂ ਸਿੱਖਿਆ ਕਿਸੇ ਸੰਸਾਰੀ ਮਨੁੱਖ ਤੋਂ ਨਹੀਂ ਲਈ, ਮੈਂ ਸੱਚ ਦਾ ਸਿੱਖ ਹਾਂ, ਕਿਉਂਕਿ ਸੱਚੇ ਤੋਂ ਵੱਡਾ ਹੋਰ ਕੋਈ ਨਹੀਂ, परमात्मा तो बड़ा होर दुनिया ते कोई है ही नहीं। सत्य शब्द को भीख ले बंधन भव के खोए। ते सतगुरु कहते सच्चे शब्द का भेख धारण करके मैं संसार के सारे बंधन दूर कर दिते हैं। चौपई हाँ गरीब ने सख्त मोह माहे विचर विलोके जग को जहता है। ਹੁਣ ਇਹਨਾਂ ਨੇ ਅਗਲਾ ਸਵਾਲ ਕੀਤਾ ਸੀ, ਕਹਿੰਦੇ ਤੁਹਾਡੇ 'ਚ ਸ਼ਕਤੀ ਕਿੰਨੀ ਕੁ ਹੈ, ਕਿਉਂਕਿ ਸਿੱਧ ਜੋਗੀ ਆਪਣੀ ਸ਼ਕਤੀ ਦੱਸਦੇ ਸਨ ਕਿ ਮੇਰੇ 'ਚ ਇਹ ਸ਼ਕਤੀ ਹੈ, ਮੈਂ ਉੜ ਕੇ ਕਿਤੇ ਵੀ ਜਾ ਸਕਦਾ। ਕੋਈ ਕਹਿੰਦਾ ਸੀ ਮੈਂ ਆਪਣੇ ਸਰੀਰ ਨੂੰ ਅਣੂ ਤੋਂ ਵੀ ਛੋਟਾ ਕਰ ਸਕਦਾ ਹਾਂ, ਕੋਈ ਕਹਿੰਦਾ ਸੀ ਮੈਂ ਗੁਪਤ ਹੋ ਕੇ ਵਿਚਰ ਸਕਦਾ ਹਾਂ, ਕੋਈ ਕਹਿੰਦਾ ਸੀ ਮੈਂ ਹਵਾ ਦੀ ਤੇਜ਼ੀ ਨਾਲ ਉਡਾਰੀ ਮਾਰ ਸਕਦਾ ਹਾਂ। ਇਹ ਸਿੱਧ ਜੋਗੀ ਆਪਣੀਆਂ ਸ਼ਕਤੀਆਂ ਦਿਖਾਉਂਦੇ ਸਨ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਕਹਿੰਦੇ ਮੈਂ ਗਰੀਬ ਨੇ ਸਖਤ ਮੋਹ ਮੈਂ। ਕਹਿੰਦੇ ਭਾਈ ਮੈਂ ਤਾਂ ਬੜਾ ਗਰੀਬ ਜਿਹਾ, ਮੇਰੇ ਵਿੱਚ ਕੋਈ ਸ਼ਕਤੀ ਨਹੀਂ ਹੈ, ਮੇਰੇ ਵਿੱਚ ਕੋਈ ਕਰਾਮਾਤ ਨਹੀਂ ਹੈ। ਇਹ ਬਚਨ ਵੀ ਆਪਾਂ ਪੜ੍ਹਦੇ ਹਾਂ, ਬਾਝੋ ਸੱਚੇ ਨਾਮ ਤੇ ਹੋਰ ਕਰਾਮਾਤ ਅਸਾਂ ਤੇ ਨਾਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਮੇਰੇ ਕੋਲੇ ਰੱਬ ਦੇ ਨਾਮ ਤੋਂ ਹੋ ਬਿਨਾਂ ਹੋਰ ਕੋਈ ਕਰਾਮਾਤ ਨਹੀਂ, ਮੇਰੇ ਕੋਲੇ ਪ੍ਰਮਾਤਮਾ ਜੀ ਦਾ ਨਾਮ ਹੀ ਹੈ। ਮੇਰੇ ਕੋਲੇ ਵੱਖਰੇ ਜਾਦੂ ਮੰਤਰ ਟੂਣੇ ਨਹੀਂ ਆ, ਨਾਮ ਹੀ ਮੇਰੇ ਕੋਲੇ ਵੱਡੀ ਸ਼ਕਤੀ ਹੈ। ਤੇ ਸਤਿਗੁਰੂ ਨੇ ਇੱਥੇ ਵੀ ਸਿੱਧਾ ਨੂੰ ਕਿਹਾ, ਕਹਿਣ ਲੱਗੇ ਹਾਂ ਗਰੀਬ ਨੇ ਸਖਤ ਮੋਹ ਮੈਂ ਤਾਂ ਗਰੀਬੜਾ ਜਿਹਾ ਮਨੁੱਖ ਹਾਂ, ਮੇਰੇ ਵਿੱਚ ਕੋਈ ਸ਼ਕਤੀ ਨਹੀਂ ਹੈ। ਤੇ ਥਾਂ ਥਾਂ ਤੇ ਫਿਰ ਕੇ ਮੈਂ ਸੰਸਾਰ ਨੂੰ ਵੇਖ ਰਿਹਾ ਹਾਂ। ਗਰਭ ਬੈਣ ਸਕਤੇ ਬਲਗਮ ਕੋ ਸ੍ਰੀ ਪਰਮੇਸ਼ਰ ਬਖਸ਼ਿਸ਼ ਤੁਮ ਕੋ। ਸਤਿਗੁਰੂ ਕਹਿੰਦੇ ਬਚਨ ਤੇ ਕਰਾਮਾਤ ਦਾ ਹੰਕਾਰ, ਦੇਸਾਂ ਵਿੱਚ ਗਮਨ ਕਰਨ ਦੀ ਬਲ ਸ਼ਕਤੀ ਪਰਮਾਤਮਾ ਨੇ ਤੁਹਾਨੂੰ ਹੀ ਦਿੱਤੀ ਹੈ। ਸਾਡੇ ਕੋਲੇ ਤਾਂ ਵਾਹਿਗੁਰੂ ਜੀ ਦਾ ਨਾਮ ਹੀ ਇਹ ਤੋਂ ਵੱਡੀ ਹੋਰ ਕੋਈ ਤਾਕਤ ਨਹੀਂ ਹੈ। ਇਸ ਪ੍ਰਕਾਰ ਕੇ ਬੋਲਤ ਬਚਨਾ ਭਈ ਅਨ ਰਜਨੀ ਕੀ ਰਚਨਾ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਜਦੋਂ ਇਹਨਾਂ ਸਿੱਧਾਂ ਜੋਗੀਆਂ ਦੇ ਨਾਲ ਬਚਨ ਵਿਲਾਸ ਕੀਤੇ, ਬਚਨ ਵਿਲਾਸ ਕਰਦਿਆਂ ਕਰਦਿਆਂ ਹੀ ਰਾਤ ਪੈ ਗਈ। ਤੇ ਜਿਹੜੇ ਸਿੱਧ ਹਨ ਤਬ ਆਪਣੇ ਆਪਣੇ ਥਲ ਜਾਏ, ਬੈਠ ਗਏ ਸਿੱਧ ਆਸਣ ਲਾਏ। ਤੇ ਸਿੱਧਾਂ ਦੇ ਆਪਣੇ ਆਸਣ ਬਣਾਏ ਹੋਏ ਸਨ, ਆਪੋ ਆਪਣੇ ਆਸਣਾਂ ਤੇ ਜਾ ਕੇ ਸਿੱਧ ਬੈਠ ਗਏ ਨੇ। ਸ੍ਰੀ ਗੁਰ ਕਹੇ ਉਠੋ ਅਬ ਵਾਲਾ, ਧੂਣੀ ਆਨੈ ਸਰਦੀ ਕਾਲਾ। ਗੁਰੂ ਸਾਹਿਬ ਜੀ ਨੇ ਫਿਰ ਭਾਈ ਬਾਲਾ ਜੀ ਨੂੰ ਕਿਹਾ, ਕਹਿਣ ਲੱਗੇ ਭਾਈ ਬਾਲਿਆ ਉੱਠ, ਭਾਈ ਕਿਤੋਂ ਧੂਣੀ ਲੈ ਕੇ ਆ, ਧੂਣੀ ਭਾਵ ਕੇ ਅੱਗ ਲੈ ਕੇ ਆ ਕਿਤੋਂ, ਕਿਉਂਕਿ ਸਰਦੀ ਦਾ ਸਮਾਂ ਹੈ। ਅੱਜ ਕੱਲ੍ਹ ਦੀ ਤਰ੍ਹਾਂ ਜਿਵੇਂ ਅੱਗ ਬਾਲਣ ਦੇ ਸਾਡੇ ਕੋਲੇ ਤਾਂ ਹਜ਼ਾਰਾਂ ਸਾਧਨ ਨੇ, ਵੱਖੋ ਵੱਖਰੇ ਤਰੀਕਿਆਂ ਨਾਲ ਅਸੀਂ ਅੱਗ ਬਾਲ ਲੈਂਦੇ ਹਾਂ, ਪਰ ਉਹਨਾਂ ਸਮਿਆਂ 'ਚ ਇਸ ਤਰ੍ਹਾਂ ਅੱਗ ਬਾਲਣ ਦੇ ਸਾਧਨ ਨਹੀਂ ਸੀ ਹੁੰਦੇ। ਇੱਕ ਮਨੁੱਖ ਅੱਗ ਬਾਲ ਲੈਂਦਾ ਸੀ ਤੇ ਉਹਦੇ ਤੋਂ ਫਿਰ ਅੱਗੇ ਦੀ ਅੱਗੇ ਅੱਗ ਲੋਕੀ ਲੈ ਜਾਂਦੇ ਸਨ। ਪਿੰਡਾਂ ਵਿੱਚ ਵੀ ਇਸੇ ਤਰ੍ਹਾਂ ਹੀ ਹੁੰਦਾ ਸੀ। ਪਿੰਡਾਂ ਦੇ ਵਿੱਚ ਲੋਕਾਂ ਨੇ ਰਾਤ ਨੂੰ ਵੀ ਪਾਥੀਆਂ ਚੁੱਲ੍ਹੇ ਵਿੱਚ ਦੱਬ ਕੇ ਰੱਖ ਲੈਣੀਆਂ ਸਵਾਹ ਦੇ ਵਿੱਚ, ਤੇ ਸਵੇਰ ਹੁੰਦੇ ਸਵਾਹ ਪਰੇ ਹਟਾ ਕੇ ਅੱਗ ਉਸੇ ਤਰ੍ਹਾਂ ਹੀ ਵਿੱਚ ਹੁੰਦੀ ਸੀ ਤੇ ਉਹਦੇ ਉੱਤੇ ਕੁਝ ਬਾਲਣ ਰੱਖ ਕੇ ਅੱਗ ਬਾਲ ਲੈਂਦੇ ਸਨ। ਸਾਰਾ ਦਿਨ ਚੁੱਲ੍ਹੇ ਚੱਲੀ ਜਾਂਦੇ। ਇਸੇ ਤਰ੍ਹਾਂ ਅੱਗ ਜਿਹੜੀ ਸੀ ਉਹ ਸੰਭਾਲੀ ਜਾਂਦੀ ਸੀ, ਰੋਜ਼ ਬਾਲੀ ਨਹੀਂ ਸੀ ਜਾਂਦੀ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਬਾਲਾ ਜੀ ਨੂੰ ਕਿਹਾ, ਭਾਈ ਬਾਲਿਆ ਸਰਦੀ ਦਾ ਸਮਾਂ ਹੈ, ਅੱਗ ਬਾਲਣ ਦੀ ਜ਼ਰੂਰਤ ਪੈਣੀ ਹੈ, ਜਾ ਕਿਤੋਂ ਭਾਈ ਧੂਣੀ ਲਿਆ, ਭਾਵ ਕਿ ਅੱਗ ਲੈ ਕੇ ਆ, ਕਿਸੇ ਪਾਸਿਓਂ ਵੇਖਣਾ ਕਰੋ। ਆਏ ਸਪਾਏ ਗਇਓ ਇੱਕ ਥਾਏ, ਪਿੱਛੇ ਛਿਦ ਆਏ ਤਬ ਧਾਏ। ਗੁਰੂ ਸਾਹਿਬ ਜੀ ਦੀ ਆਗਿਆ ਮੰਨ ਕੇ ਭਾਈ ਵਾਲਾ ਅੱਗ ਲੈਣ ਵਾਸਤੇ ਇੱਧਰ ਉੱਧਰ ਦੇਖਣ ਲੱਗਿਆ। ਇੱਕ ਜਗ੍ਹਾ ਤੇ ਪਹੁੰਚਿਆ ਤੇ ਜਿਹੜੇ ਸਿੱਧ ਸਨ ਉਹ ਵੀ ਭਾਈ ਵਾਲਾ ਜੀ ਦੇ ਪਿੱਛੇ ਦੌੜ ਗਏ।
दोहरा ते छिल जो धूनी लई चीनी मोट गयाए। भाई बाले ने किसी पासों लभ के जिस वेले अग उहनूं मिली, भाई बाले नूं धूनी मिल गई, थोड़ी जी अग मिल गई। वो जिस वेले वापस लैके गुरु नानक साहब महाराज जी वाल आउण लगे, रस्ते विच आउंदे सिद्धा जोगियां ने वो अग भाई वाला जी कोलों खोह लई। मैं छूछो फिर के भयो सब विद बई सुनाए। भाई वाला खाली हथ गुरु नानक साहब महाराज जी दे कोल आ गया ते आके सारी गल गुरु नानक साहब महाराज जी नूं दसणी कीती। चौपई गुरु कहियो निज पट को चार, चारियो निकसी मींगण चार। गुरु साहब कहने लगे भाई बाले इस तरह कर अपने वस्त्रां नूं झाड़ चंगी तरह। जदों वस्त्र झाड़े ते चार मेंगणा निकलियां वस्त्रां दे विचों। मैं आयस लेकर सो फूटे तिन ते धूनी पई अखूटी। गुरु साहब कहते इन्हां नूं कुटदियां इन्हां विचों अग वल पई, धूनी वल उठी है। बड़ो ढेर पावक पुन वारी, देख सिद्ध बिस्मे मत हारी। हुण गुरु साहब जी ने इस तरीके नाल अग बाल लई, बड़ा ढेर बालन दा ला के चंगी धूनी बाल लई है। ते जदों सिद्धा ने वेख्या कि असीं तां गुरु साहब दे सेवक कोलों अग खोह लई सी, इन्हां ने अग कित्थों बाल लई, बड़े हैरान होए। किह ते लियाए धूनी पाए, पुन सिद्धन बहु पाउण जलाए। वो सोच रहे ने कि धूनी कित्थों लै आए, असीं तां इन्हां नूं अग दित्ती नहीं ते ना ही जिहड़ी अग इन्हां दा सेवक लिया रहा सी वो भी असीं खोह लई सी। हुण सिद्धा ने अपनी करामात दे नाल पुन सिद्धन बहु पाउण चलाई, उन्होंने हवा चला दी बहुत तेज। खरे तहां तरवर जो गाडे, बेगो खारे रहे न ठांडे। इन्हां ने अपनियां करामातां नाल जिस वेले बहुत तेज हवा वगा दी, जिहड़े उत्थे दरख्त खड़े सन उन्हां दीयां जड़ां उखड़न लग पईयां। बहुत तेज वेग जिहड़ा है हवा दा चल रहा है। बहु कंकर अर धूर उठाए, पौटे सब मुख पर पट पाए। बड़ी धूड़ मिट्टी ते कंकर उड़ रहे ने ते सारियां ने अपने मूँह कपड़ियां नाल ढक लए। दोहरा जिस वेचे ते तर गुरु, उड़न लग्यो जब सोए। जिस पिपल दे रुख दे हेठां गुरु नानक साहब महाराज जी बैठे ने, हवा इन्नी तेज सी वो पिपल दा रुख भी उड़न लग्या सी, वो भी उखड़न लग्या। निज कर सो थम्यो तवे, कहियो रहो थिर होए। गुरु साहब जी ने जिस वेले पिपल दा रुख उड़न लग्या हवा दी जोर दे नाल, इहनूं फड़ के सतगुरां ने रोक लिया ते नाल ही कहा, कहंदे इत्थे ही खड़ा रह। ये वचन गुरु साहब जी ने कह दिता। चौपई श्री गुरु को जब ही कर छुयो, नह डोलियो थिर गाडो भयो। जदों गुरु साहब जी ने हाथ ला के इस रुख नूं रोक लिया, ये फिर इत्थों डोलिया नहीं, ना उखड़िया ते ना उड़िया, उत्थे खड़ा रहा। बही समीर वैन सब जब ही, उड़ गई सिद्धन धूनी तब ही। हुण क्योंकि सियाणियां दी कहावत है, खूह पटदे नूं खाता तैयार। इन्हां ने तां गुरु साहब जी की धूनी बुझाउण वास्ते आ हवा चलाई सी सारी, पर हवा चली ते उन्हें सिद्धा जोगियां दी सारियां धूनियां उड़ा दित्तियां, वो सारी अग उन्हां दी बुझ गई। बेते रैण भौर पे आए, श्री गुर पावक दई दुराए। रात बतीत होई, गुरु साहब जी ने तां अग बाल के रखी। सवेर होई तां गुरु साहब जी ने जिवें पहलां लोक अग नूं फिर दिन हुंदे सवाह विच लुको दिंदे सन, सतगुरां ने भी अग्नि नूं सुपा दिता। धूनी देखन उठे सिद्ध जब, पावक कहूं न पावत हवै तब। सिद्धा जोगियां ने अपनियां धूनियां वेखियां ते धूनियां तां उड़ चुकियां सन सारियां, उन्हां नूं अग नहीं सी किसी पासों लभ रही। एक श्री नानक धूनी माही, और हो तासन किन्हू नाही। गुरु साहब जी की लाई हुई धूनी विच अग हैगी है, पर सिद्धा जोगियां कोल किते भी अग नहीं दिख रही। तो बड़ी सख्ती अपनी ला रहे हैं कि कितों अग मिल जाए तो असीं धूनियां ला के बैठना करिए, क्योंकि सर्दी की रुत है, पर अग नहीं किते मिल रही। आओ अगे की खेडां करते हैं, की करामातां दिखाउंदे ने, ते गुरु साहब जी की कद कर चाहुंदे हैं,
ਉਹ ਪ੍ਰਸੰਗ ਆਪਾਂ ਕੱਲ ਦੀ ਦੀਵਾਨ ਵਿੱਚ ਸ਼ਰਵਣ ਕਰਾਂਗੇ ਜੀ। ਇਹ ਜਿਹੜਾ ਪ੍ਰਸੰਗ ਚੱਲ ਰਿਹਾ ਹੈ, ਇਹ ਗੁਰਦੁਆਰਾ ਸ੍ਰੀ ਨਾਨਕ ਮੱਤਾ ਸਾਹਿਬ ਦਾ ਪ੍ਰਸੰਗ ਚੱਲ ਰਿਹਾ ਹੈ। ਉਹ ਪਿੱਪਲ ਅੱਜ ਵੀ ਉਸੇ ਤਰ੍ਹਾਂ ਹੀ ਖੜਾ ਹੈ। ਅੱਜ ਵੀ ਜਦੋਂ ਉਸਦੇ ਨਵੇਂ ਪੱਤੇ ਉੱਗਦੇ ਹਨ ਤਾਂ ਜਿਹੜੇ ਪਾਸੇ ਸਿੱਧ ਬੈਠੇ ਸਨ ਉਹਨਾਂ ਪੱਤਿਆਂ ਦਾ ਰੰਗ ਹੋਰ ਹੁੰਦਾ ਹੈ, ਤੇ ਜਿਸ ਪਾਸੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵਿਰਾਜੇ ਹੋਏ ਸਨ ਉਹਨਾਂ ਪੱਤਿਆਂ ਦਾ ਰੰਗ ਹੋਰ ਹੁੰਦਾ ਹੈ। ਉੱਗਣ ਵੇਲੇ, ਨਵੇਂ ਪੱਤੇ ਆਉਣ ਵੇਲੇ ਬਿਲਕੁਲ ਪੱਕੇ ਤੌਰ ਤੇ ਵੱਖੋ ਵੱਖਰਾ ਸਾਰਾ ਕੁਝ ਦਿਖਾਈ ਦੇ ਰਿਹਾ ਹੁੰਦਾ ਹੈ। ਕੌਤਕ ਅੱਜ ਵੀ ਚੱਲ ਰਿਹਾ ਹੈ। ਗੁਰੂ ਸਾਹਿਬ ਕਿਰਪਾ ਕਰਨ, ਆਪਾਂ ਗੁਰੂ ਦਾ ਇਤਿਹਾਸ ਸੁਣ ਰਹੇ ਹਾਂ, ਗੁਰੂ ਦੀਆਂ ਵਡਿਆਈਆਂ ਸੁਣ ਰਹੇ ਹਾਂ, ਗੁਰੂ ਕੇ ਪ੍ਰੇਮ ਅੰਦਰ ਜੁੜ ਸਕੀਏ ਤਾਂ ਜੋ ਸਾਡਾ ਭਲਾ ਹੋ ਸਕੇ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਦੀ ਖਿਮਾ, ਪ੍ਰੇਮ ਸਹਿਤ ਸਾਰੀ ਸੰਗਤ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਮੈਂ ਤਾਂ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਝਿਆ ਵੈ ਅਰਦਾਸ, ਮੈਂ ਹੋਰ ਖਾਓ ਲਾਹੀ ਮੇਰਾ ਭਗਵਾਨ ਤੁਝੇ ਜੀਤਾ ਸਮਾਂ ਸਾਗਰ ਤੇ